CPC TV ਦੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਤੁਹਾਡੇ ਪਿਆਰ ਦੇ ਸਦਕੇ CPC TV IPTV ਗੋਲਡ ਉੱਤੇ ਵੀ ਉਪਲਬਧ ਹੈ ਅਤੇ ਇੱਥੇ 24x7 ਚੈਨਲ ਨੰਬਰ 2985 ਤੇ ਹਮੇਸ਼ਾ ਚੱਲਦਾ ਰਹਿੰਦਾ ਹੈ। ਤੁਹਾਡੇ ਪਿਆਰ ਅਤੇ ਸਤਿਕਾਰ ਦੇ ਸਦਕੇ ਅੱਜ ਸਾਡੇ ਦਰਸ਼ਕ 1 ਲੱਖ ਤੋਂ ਉੱਪਰ ਹੋ ਗਏ ਹਨ। Facebook YouTube ਉੱਤੇ ਵੀ ਤੁਹਾਡਾ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ। ਸੋ ਇਸ ਚੈਨਲ ਨੂੰ ਤੁਸੀਂ ਹੋਰ ਜ਼ਿਆਦਾ ਸਬਸਕ੍ਰਾਈਬ ਕਰੋ ਸੋ ਦੈਟ ਅਸੀਂ ਤੁਹਾਡੀ ਉਮੀਦ ਉੱਤੇ ਪੂਰੇ ਉਤਰ ਸਕੀਏ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ CPC TV ਵੱਲੋਂ ਆਪ ਜੀ ਦੇ ਸਾਰੇ ਸੁਝਾਅ ਅਤੇ ਸਾਰੇ ਜੇ ਕੁਐਸਚਨ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਜਵਾਬ ਦਈਏ ਅਤੇ ਤੁਹਾਡੇ ਨਾਲ ਆਪਣਾ ਮਿਲਵਰਤਨ ਬਣਾਈ ਰੱਖੀਏ। ਸੋ ਅੱਜ ਜਿਹੜਾ ਕਿ ਅਸੀਂ ਸਿਲਸਿਲੇਵਾਰ ਸ਼ੁਰੂ ਕੀਤਾ ਸੀ ਇਮੀਗ੍ਰੇਸ਼ਨ ਬਾਰੇ, ਉਹਦੇ ਵਿੱਚ ਦੂਸਰਾ ਐਪੀਸੋਡ ਅੱਜ ਹੋਇਆ। ਅੱਜ ਸਾਡੇ ਸਟੂਡੀਓ ਵਿੱਚ ਵਿਸ਼ੂ ਮਹਿਤਾ ਜੀ ਆਏ ਹਨ। ਉਹ ਜਿਹੜੇ ਕਿ ਤੁਹਾਡੇ ਪਿਛਲੇ ਐਪੀਸੋਡ ਦੇ ਬਾਰੇ ਜਿਹੜੇ ਵੀ ਸਵਾਲ ਨੇ ਉਹਨਾਂ ਦਾ ਜਵਾਬ ਵੀ ਦੇਣਗੇ। ਹੋਰ ਵੀ ਕੁਝ ਜੋ ਮੁਸ਼ਕਲਾਂ ਸਪਾਊਸਲ ਇਮੀਗ੍ਰੇਸ਼ਨ ਬਾਰੇ ਹੁੰਦੀਆਂ ਹਨ ਉਹਨਾਂ ਬਾਰੇ ਵੀ ਜਵਾਬ ਦੇਣਗੇ। ਸੋ ਮੈਂ ਅੱਜ ਆਪਣੇ ਸਟੂਡੀਓ ਵਿੱਚ ਵਿਸ਼ੂ ਮਹਿਤਾ ਜੀ ਦਾ ਬਹੁਤ ਸਵਾਗਤ ਕਰਦਾ ਹਾਂ। ਵਿਸ਼ੂ ਮਹਿਤਾ ਜੀ, ਜੀ ਆਇਆਂ ਨੂੰ। ਧੰਨਵਾਦ ਡਾਕਟਰ ਭਾਟੀਆ, ਅਗੇਨ ਆਪਦਾ ਬਹੁਤ ਕੀਮਤੀ ਸਮਾਂ ਦੇਣ ਲਈ। ਉਮੀਦ ਕਰਦੇ ਹਾਂ ਪਿਛਲਾ ਸ਼ੋਅ ਵੀ ਸਾਡੇ ਆਡੀਅנס ਨੂੰ ਪਸੰਦ ਆਇਆ ਹੋਊਗਾ। ਅੱਜ ਵੀ ਪੂਰੀ ਕੋਸ਼ਿਸ਼ ਕਰਾਂਗੇ, ਕੁਝ ਪ੍ਰੈਕਟੀਕਲ ਗੱਲਾਂ ਦੇ ਉੱਤੇ, ਮਸਲਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ ਅਤੇ ਜਿਹੜੇ ਵੀ ਸਾਨੂੰ ਕੁਐਸਚਨਸ ਆਏ ਸੀਗੇ ਉਹ ਵੀ ਕਵਰ ਕਰਾਂਗੇ। ਬਿਲਕੁਲ, ਇਹ ਦੇਖਿਆ ਗਿਆ ਜਦੋਂ ਵੀ ਸਪਾਊਸਲ ਇਮੀਗ੍ਰੇਸ਼ਨ ਦੀ ਆਪਾਂ ਐਪਲੀਕੇਸ਼ਨ ਲਾਉਂਦੇ ਹਾਂ ਉਹਦੇ ਵਿੱਚ ਕਈ ਗਲਤੀਆਂ ਹੁੰਦੀਆਂ ਹਨ। ਕਈ ਵਾਰੀ ਕੁਝ ਸਮੇਂ ਬਾਅਦ ਫਾਈਲ ਵਾਪਸ ਆ ਜਾਂਦੀ ਹੈ। ਸੋ ਅੱਜ ਮੈਂ ਪਹਿਲਾ ਕੁਐਸਚਨ ਜਿਹੜਾ ਵਿਸ਼ੂ ਮਹਿਤਾ ਜੀ ਨੂੰ ਪੁੱਛਣ ਲੱਗਾ ਹਾਂ ਵੀ ਕਿੰਨੇ ਟਾਈਮ ਬਾਅਦ ਜਦੋਂ ਆਪਾਂ ਐਪਲੀਕੇਸ਼ਨ ਭੇਜ ਦਿੰਦੇ ਹਾਂ, ਕਿੰਨੇ ਟਾਈਮ ਤੋਂ ਬਾਅਦ ਸਾਨੂੰ ਉਹਦਾ ਟੈਂਪਰੇਰੀ ਐਪਲੀਕੇਸ਼ਨ ਨੰਬਰ ਮਿਲਦਾ ਹੈ? ਸਰ, ਜਿਹੜੀ ਇਹ 2-3 ਸਵਾਲ ਇਹਦੇ 'ਚ ਇਕੱਠੇ ਹੋ ਕੇ ਜਿਹੜੇ ਮੈਂ 3 ਜਗ੍ਹਾ ਤੋਂ ਜਵਾਬ ਦੇਣਾ ਚਾਹੂੰਗਾ। ਠੀਕ ਹੈ ਜੀ। ਪਹਿਲੀ ਜਿਹੜੀ ਤੁਸੀਂ ਗੱਲ ਕਹੀ ਕਿ ਫਾਈਲ ਵਾਪਸ ਆਉਂਦੀ ਹੈ। ਦੂਜਾ ਜਿਹੜਾ ਐਸਪੈਕਟ ਸੀਗਾ ਵੀ ਕਿੰਨਾ ਟਾਈਮ ਲੱਗਦਾ ਫਾਈਲ ਨੰਬਰ ਆਉਣ ਨੂੰ। ਤੀਜੀ ਜਿਹੜੀ ਗੱਲ ਹੈਗੀ ਹੈ ਵੀ ਪ੍ਰੋਸੈਸਿੰਗ ਟਾਈਮ ਆਪਾਂ ਕਹਿੰਦੇ ਵੀ ਅੱਜ ਦੇ ਹਾਲਾਤ ਦੇ ਵਿੱਚ ਕੀ ਗੱਲ ਚੱਲ ਰਹੀ ਹੈ। ਸੋ ਪਹਿਲੀ ਗੱਲ ਤਾਂ ਜਿਹੜੀ ਗੱਲ ਫਾਈਲ ਵਾਪਸ ਆਉਣ ਦੀ ਰੀਜ਼ਨ ਹੁੰਦੇ ਨੇ ਕਾਮਨ ਗਰਾਊਂਡ ਕੁਝ ਵੀ ਹੋ ਸਕਦਾ। ਕਈ ਵਾਰ ਆਫਿਸਰਸ ਬਹੁਤ ਲੀਨੀਅੰਟ ਹੋ ਰਹੇ ਹੁੰਦੇ ਆ, ਲੇਕਿਨ ਮਿਨੀਮਮ ਰਿਕੁਆਇਰਮੈਂਟ, ਜਿਵੇਂ ਕਿ ਮੈਂ ਲਾਸਟ ਸ਼ੋਅ ਦੇ ਵਿੱਚ ਵੀ ਕਿਹਾ ਸੀ ਕਿ ਮਿਨੀਮਮ ਤੇ ਮੈਕਸਿਮਮ ਰਿਕੁਆਇਰਮੈਂਟਸ ਦੋਨਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ। ਮਿਨੀਮਮ ਰਿਕੁਆਇਰਮੈਂਟ ਤੋਂ ਕਹਿਣ ਤੋਂ ਭਾਵ ਹੁੰਦਾ ਕਿ ਵੀ ਜਿਹੜੇ ਚੈੱਕਲਿਸਟ ਦੇ ਉੱਤੇ ਡਾਕੂਮੈਂਟ ਮੈਂਸ਼ਨ ਨੇ ਉਹ ਹੈਵ ਟੂ ਵੀ ਉਹਦੇ 'ਚ ਪ੍ਰੈਜ਼ੈਂਟ ਹੋਣੇ ਚਾਹੀਦੇ, ਜਿਹੜਾ ਤੁਹਾਡਾ ਪੈਕੇਜ ਹੈ। ਮੈਕਸਿਮਮ ਰਿਕੁਆਇਰਮੈਂਟ ਤੋਂ ਭਾਵ ਕੀ ਹੈ ਕਿ ਵੀ ਤੁਸੀਂ ਕੁਝ ਇੱਦਾਂ ਦੇ ਡਾਕੂਮੈਂਟ ਸਪੋਰਟਿੰਗ ਨਾਲ ਦੇਣੇ ਨੇ ਕਿ ਜਿਹੜੇ ਤੁਹਾਡੇ ਕੇਸ ਨੂੰ ਬੈਟਰ ਪ੍ਰੈਜ਼ੈਂਟ ਕਰ ਸਕਣ। ਫਾਈਲ ਵਾਪਸ ਮੋੜਨ ਦੇ ਰੀਜ਼ਨ ਜਿਹੜੇ ਕਿ ਨਾਰਮਲੀ ਪ੍ਰੈਕਟਿਸ ਦੇ ਵਿੱਚ ਆਉਂਦੇ ਨੇ, ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਜਿਹੜਾ ਰੀਜ਼ਨ ਸਪਾਊਸਲ ਦੇ ਵਿੱਚ ਆਉਂਦਾ ਵੀ ਕਿਸੇ ਇੱਕ ਫਾਰਮ ਦੇ ਉੱਤੇ ਸਾਈਨ ਦੀ ਕਮੀ ਰਹਿ ਜਾਂਦੀ। ਸਾਈਨ ਦਾ ਵੀ ਕਈ ਵਾਰ ਬੜਾ ਕਨਫਿਊਜ਼ਿੰਗ ਚੈੱਕਲਿਸਟ ਤੇ ਫਾਲੋ ਅਪ ਹੁੰਦਾ ਹੈ। ਫਾਰਮ ਕਾਫੀ ਵੱਡੇ ਹੁੰਦੇ ਆ ਤੇ ਬੰਦਾ ਭੁੱਲ ਜਾਂਦਾ ਸਾਈਨ ਕਰਨ ਨੂੰ ਕਿਤੇ। ਹਾਂਜੀ, ਕਈ ਵਾਰ ਕਿਉਂਕਿ ਉੱਤੇ ਦੋਨੋਂ ਪਾਰਟਨਰਸ ਦੇ ਸਾਈਨ ਇਨਵੋਲਵਡ ਨੇ। ਉੱਥੇ ਇੱਕ ਨੇ ਕੀਤਾ, ਬਿਲਕੁਲ ਨਹੀਂ ਕੀਤਾ, ਇੱਕ ਨੇ ਨਹੀਂ ਕੀਤਾ। ਇਹ ਵੱਡਾ ਰੀਜ਼ਨ ਬਣਦਾ। ਕਈ ਵਾਰ ਦੂਜਾ ਰੀਜ਼ਨ ਕੀ ਹੁੰਦਾ ਵੀ ਕਿਸੇ ਨੇ ਨਵੇਂ ਅਪਡੇਟਡ ਫਾਰਮਸ ਨਹੀਂ ਦੇਖੇ। ਫੋਰ ਐਗਜ਼ਾਮਪਲ ਕੋਈ ਫਾਰਮ ਜੂਨ 2019 ਚ ਆਇਆ ਤੇ ਕੋਈ ਪੁਰਾਣਾ ਫਾਰਮ ਯੂਜ਼ ਹੋ ਗਿਆ। ਇਹ ਵੀ ਬਹੁਤ ਕਾਮਨ ਜਿਹੜਾ ਕਲਚਰ ਦੇ ਵਿੱਚ ਅਸੀਂ ਦੇਖਿਆ ਕਿ ਜਿਹਦੇ ਕਰਕੇ ਫਾਈਲ ਵਾਪਸ ਆਉਂਦੀ ਹੈ। ਤੀਜਾ ਰੀਜ਼ਨ ਸਰ ਕਈ ਵਾਰ ਆਉਂਦਾ ਕਿ ਵੀ ਤੁਸੀਂ ਐਪਰੋਪਰੀਏਟ ਫੀਸ ਨਹੀਂ ਪੇ ਕੀਤੀ। ਫੋਰ ਐਗਜ਼ਾਮਪਲ ਤੁਸੀਂ ਸਿਰਫ, ਹਾਲਾਂਕਿ ਤੁਹਾਨੂੰ ਇਜਾਜ਼ਤ ਹੁੰਦੀ ਹੈ ਕਿ ਵੀ ਤੁਸੀਂ ਕਿਹੜੀ ਫੀਸ ਕਿਵੇਂ ਮਾਰਕ ਕਰਕੇ ਦੇਣੀ ਹੈ। ਸੋ ਫੀਸ ਦੀ ਕੈਲਕੂਲੇਸ਼ਨ ਜਿਹੜੀ ਉਹਨਾਂ ਨੂੰ ਫੀਸ ਪੇਮੈਂਟ, ਕਈ ਆਫਿਸਰ ਚੰਗੇ ਹੁੰਦੇ ਆ। ਕਈ ਵਾਰ ਪੁਰਾਣੇ ਟਾਈਮ ਦੇ ਵਿੱਚ ਤਾਂ ਜੀ ਅਸੀਂ 1-2 ਵਾਰ ਦੇਖਿਆ ਸ਼ਾਰਟ ਆਫ ਫੀਸ ਤੇ ਉਹ ਈਮੇਲ ਕੱਢ ਕੇ ਵੀ ਲੈ ਲੈਂਦੇ ਸੀ। ਪਰ ਅੱਜ ਕੱਲ ਮਤਲਬ ਅਸੀਂ ਇਹ ਕਹਿ ਨਹੀਂ ਸਕਦੇ ਕਿ ਵੀ ਇਹ ਹੋਊਗਾ। ਹੋਣਾ ਚਾਹੀਦਾ, ਕਿਸੇ ਤੋਂ ਇਨੋਸੈਂਟ ਮਿਸਟੇਕ ਹੋ ਗਈ ਤੇ ਚਲੋ ਦੇ ਸ਼ੁੱਡ ਬੀ, ਬਟ ਗੱਲ ਉੱਥੇ ਹੀ ਆ ਜਾਂਦੀ ਨਾ ਕਿ ਵੀ ਕਿਹੜੇ ਕਲੈਰੀਕਲ ਸਟਾਫ ਕੋਲ ਤੁਹਾਡੀ ਫਾਈਲ ਆ। ਤੇ ਮੋਸਟਲੀ ਇਟਸ ਕਾਈਂਡ ਆਫ ਕਿਲਿੰਗ ਵੀ ਉਹ ਜਿਹੜੀ ਫਾਈਲ ਮੁੜਦੀ ਹੈ ਉਹ 3.5 ਤੋਂ 4 ਮਹੀਨੇ ਬਾਅਦ ਮੁੜਦੀ ਹੈ। ਨਹੀਂ ਸਰ, ਕੋਵਿਡ ਦੇ ਦੌਰਾਨ ਫਾਈਲਾਂ ਵਾਪਸ ਆਈਆਂ 1 ਸਾਲ ਬਾਅਦ। ਹਾਂਜੀ। ਐਂਡ ਨਾਓ ਦੁਬਾਰਾ ਜਦੋਂ ਫਾਈਲ ਰੀਸਬਮਿਟ ਕੀਤੀ ਫਿਰ ਵਿਚਾਰਾ ਉਹਦੀ ਜਿਹੜੀ ਪ੍ਰਾਇੋਰਟੀ ਚੇਂਜ ਹੋ ਜੂਗੀ ਕਿ ਉਹ ਪੁਰਾਣੀ ਪ੍ਰਾਇੋਰਟੀ ਮੇਨਟੇਨ ਕਰਨਗੇ? ਹਾਂਜੀ, ਇਹ ਇੱਕ ਬੈਕ ਫਰੰਟ ਕੁਐਸਚਨ ਹੈ ਜੀ। ਉੱਥੇ ਬੈਕ ਡੋਰ, ਦਰਵਾਜ਼ੇ ਦੇ ਪਿੱਛੇ ਕੀ ਹੋਣਾ ਉਹ ਕੋਈ ਵੀ ਡਿਕਲੇਅਰ ਨਹੀਂ ਕਰ ਸਕਦਾ। ਲੇਕਿਨ ਜੇ ਤੁਸੀਂ ਪ੍ਰੋਪਰ ਐਕਸਪਲੇਨੇਸ਼ਨ ਲਾਉਂਦੇ ਹੋ ਜਾਂ ਇਨ ਕੰਟੀਨਿਊਏਸ਼ਨ ਉਹਨੂੰ ਪ੍ਰੂਫ ਕਰਦੇ ਹੋ ਜਾਂ ਕੋਈ ਤੁਹਾਡੇ ਹਾਲਾਤ ਹੀ ਇਦਾਂ ਦੇ ਹੋ ਗਏ ਕਿ ਵੀ ਜਿਹੜੀ ਉਹਦੀ ਕੰਸੀਡਰੇਸ਼ਨ ਕਰਨੀ ਜ਼ਰੂਰੀ ਸੀ ਤਾਂ ਤੁਹਾਨੂੰ ਡਿਕਲੇਅਰ ਕਰਨਾ ਪੈਂਦਾ। ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਫਾਈਲ ਜੰਪ ਹੋ ਕੇ ਅੱਗੇ ਚਲੇ ਜਾਊਗੀ।
ਜਾਂ ਤੁਹਾਨੂੰ ਪ੍ਰਾਇੋਰਟੀ ਤੇ ਕੰਸੀਡਰ ਕੀਤਾ ਜਾਊਗਾ? ਨਹੀਂ, ਪ੍ਰਾਇੋਰਟੀ ਮੇਰਾ ਕਹਿਣ ਦਾ ਮਤਲਬ ਹੈ ਜਿਸ ਤਰ੍ਹਾਂ ਬੰਦੇ ਨੇ 1 ਸਾਲ ਪਹਿਲਾਂ ਅਪਲਾਈ ਕੀਤਾ, ਹਾਂਜੀ। ਠੀਕ ਆ, ਉਹਨੂੰ ਇਹਨਾਂ ਨੇ ਐਪਲੀਕੇਸ਼ਨ ਉਹਦੀ ਫਾਈਲ ਖੋਲੀ ਨਹੀਂ ਗਈ, ਹਾਂਜੀ ਇਹਨਾਂ ਖੋਲੀ ਸਾਲ ਬਾਅਦ ਕੋਵਿਡ ਕਰਕੇ, ਠੀਕ ਆ। ਸੋ ਵੇਖਿਆ ਜਾਵੇ ਤਾਂ ਪ੍ਰੋਸੈਸਿੰਗ ਟਾਈਮ ਆਪਾਂ ਕਹਿੰਦੇ ਸਾਲ ਦਾ, ਹਾਂਜੀ। ਹੁਣ ਸਾਲ ਬਾਅਦ ਖੋਲੀ, ਜਦੋਂ ਬਾਅਦ ਦੁਬਾਰਾ ਉਹਨਾਂ ਨੂੰ ਫਾਈਲ ਰੀਸਬਮਿਟ ਕਰ ਦਿੱਤੀ, ਹਾਂਜੀ ਤੇ ਰੂਲ ਦੇ ਹਿਸਾਬ ਚਾਹੀਦਾ ਵੀ ਉਹ ਕਿਉਂਕਿ 1 ਸਾਲ ਤੇ ਵਿਚਾਰਾ ਪਹਿਲਾਂ ਹੀ ਆ ਚੁੱਕਾ ਹੈ ਉਹਦਾ ਤੇ ਉਹਨੂੰ ਪਹਿਲਾਂ ਉਹਨੂੰ ਪ੍ਰੋਸੈਸ ਕਰਨਗੇ ਫਿਰ ਉਹਨੂੰ ਦੁਬਾਰਾ ਸਾਲ ਲੈਣਗੇ। ਨਹੀਂ ਸਰ, ਜਦੋਂ ਫਾਈਲ ਇਨਕੰਪਲੀਟ ਹੋ ਗਈ ਵਾਪਸ ਵਾਪਸ ਆ ਆ ਗਈ ਗਈ ਤਾਂ ਉਹ ਕਿਉਂ ਤੋਂ ਬਾਹਰ ਹੈ, ਕਿਉਂ ਤੋਂ ਬਾਹਰ ਹੈ, ਰੂਲ ਦੇ ਹਿਸਾਬ ਨਾਲ ਪੁੱਛਦੇ ਹੋ ਉਹ ਕਿਉਂ ਤੋਂ ਬਾਹਰ ਹੈ। ਹਾਂਜੀ, ਪਰ ਅਗੇਨ ਇਟ ਇਜ਼ ਡਿਸਕ੍ਰਿਪਸ਼ਨ ਆਫ ਦਾ, ਇਟਸ ਅ ਡਿਸਕ੍ਰਿਸ਼ਨਰੀ ਪਾਵਰ, ਇਟ ਇਜ਼ ਡਿਸਕ੍ਰਿਪਸ਼ਨ ਵੀ ਪਾਵਰ। ਉਹ ਕੋਈ ਆਫੀਸਰ ਕਹੇਗਾ ਯਾਰ ਕਿਹਾ ਕਿ ਵੀ ਸਾਲ ਆਲਰੇਡੀ ਹੋ ਗਿਆ, ਉਹਨੂੰ ਐਕਸਰਸਾਈਜ਼ ਕਰ ਲੈਂਦੇ ਕਰ ਕਈ ਲੈਂਦੇ, ਉਹਨੂੰ ਨਹੀਂ ਕਰਦੇ, ਨਾਰਮਲੀ ਨਹੀਂ ਕਰਦੇ, Normally ਇਹ ਵੀ ਨਹੀਂ ਗੱਲ ਕਰਦੇ, ਹੈ। ਸੋ ਇਸ ਕਰਕੇ ਜੀ ਫਾਈਲ ਜਿਹੜੀ ਵੀ ਇਟਸ ਅ ਫਾਈਨਲ ਐਂਡ ਬੈਸਟ ਸ਼ਾਟ ਐਵਰੀ ਟਾਈਮ ਵਿਦ ਇਮੀਗ੍ਰੇਸ਼ਨ। ਅੱਛਾ, ਇਹ ਬਸ ਥੰਬ ਰੂਲ ਹੀ thumb ਹੈ rule ਸਾਡੀ ਹੈ। ਪ੍ਰੈਕਟਿਸ ਦਾ, ਤਾਂ ਮੈਂ ਇਹੀ ਸੁਝਾਅ ਦਿੰਦਾ ਕਿ ਇਟਸ ਯੂਰ ਫਰਸਟ ਐਂਡ ਲਾਸਟ ਐਂਡ ਬੈਸਟ ਸ਼ਾਟ ਯੂ ਸ਼ੁਡ ਗਿਵ ਵੈਨ ਯੂ ਆਰ ਸਬਮਿਟਿੰਗ ਐਨੀ ਫਾਈਲ। ਇੱਕ ਚੀਜ਼ ਹੋਰ ਹੈ ਨਾ, ਜਿਸ ਤਰ੍ਹਾਂ ਆਪਾਂ ਫਾਈਲ ਸਬਮਿਟ ਕੀਤੀ, ਇੱਕ ਪਹਿਲਾਂ ਟੈਂਪਰੇਰੀ ਐਪਲੀਕੇਸ਼ਨ ਨੰਬਰ ਹੁੰਦਾ ਹੈ। ਹਾਂਜੀ ਜੇ ਟੈਂਪਰੇਰੀ ਐਪਲੀਕੇਸ਼ਨ ਨੰਬਰ ਆ ਜਾਂਦਾ, ਇਟ ਮੀਨਸ ਵੀ ਉਹ ਬੰਦੇ ਦੀ ਫਾਈਲ ਉਹਨਾਂ ਚੈੱਕ ਕਰ ਲਈ ਹੈ, ਠੀਕ ਹੈ ਕਿ ਨਹੀਂ? ਸਰ ਐਸ ਸੱਚ ਟੈਂਪਰੇਰੀ ਫਾਈਲ ਨੰਬਰ ਉਹਨਾਂ ਫਾਈਲਸ ਦੇ ਵਿੱਚ ਹੁੰਦਾ ਕਿ ਕਈ ਵਾਰ ਟਾਈਮ ਜ਼ਿਆਦਾ ਹੋ ਜਾਂਦਾ ਤਾਂ ਸਿਰਫ ਉਹ ਇੱਕ ਟੈਂਪਰੇਰੀ ਨੰਬਰ ਦੇ ਦਿੰਦੇ ਆ। ਇਮੀਗ੍ਰੇਸ਼ਨ ਹੁਣ ਮੈਂ ਵੀ ਰੀਸੈਂਟਲੀ ਦੇਖਿਆ, ਜਦੋਂ ਜਿਹੜਾ ਬਾਏ ਰੂਲ ਹੈ ਉਹ ਤਾਂ ਇੱਕ ਪਰਮਾਨੈਂਟ ਨੰਬਰ ਹੀ ਦੇਣਾ ਜ਼ਰੂਰੀ ਹੈ। ਸੋ ਟੈਂਪਰੇਰੀ ਕੁਝ ਵੀ ਐਗਜ਼ਿਸਟ ਨਹੀਂ ਕਰਦਾ, ਲੇਕਿਨ ਟੈਂਪਰੇਰੀ ਦਾ ਮਤਲਬ ਇਹ ਹੁੰਦਾ ਕਿ ਤੁਹਾਡੀ ਮਿਨੀਮਮ ਰਿਕੁਆਇਰਮੈਂਟ ਤਾਂ ਪੂਰੀ ਹੋ ਗਈ ਹੈ, ਲੇਕਿਨ ਹਜੇ ਉਹਨਾਂ ਨੂੰ ਹੋਰ ਟਾਈਮ ਚਾਹੀਦਾ ਉਹਨੂੰ ਅੱਗੇ ਦੀ ਸਟੇਜ ਤੇ ਰੈਫਰ ਕਰਨ ਨੂੰ। ਸੋ ਫਾਈਲ ਨੰਬਰ ਤਾਂ ਉਹੀ ਰਹਿੰਦਾ, ਫਾਈਲ ਨੰਬਰ ਚੇਂਜ ਨਹੀਂ ਹੁੰਦਾ, okay। ਲੇਕਿਨ देयर माइट बी कॉन्सिक्वेंसेस कि वो फाइल वापस हो जाए, फिर भी वापस। हाँ जी, ये आप 100% कह नहीं सकते, ਤਾਂ ਹੀ ਉਹਦਾ ਮਤਲਬ ਟੈਂਪਰੇਰੀ ਹੈ ਜੀ। ਅੱਛਾ। ਸੋ ਵਾਂਸ ਇਨ ਜਦੋਂ ਤੁਹਾਡਾ ਪਰਮਾਨੈਂਟ ਨੰਬਰ ਕਨਫਰਮ ਹੁੰਦਾ ਤਾਂ ਆਪਾਂ ਉਸ ਟਾਈਮ ਤੋਂ ਹੀ ਸਾਰੀ ਇਕੁਏਸ਼ਨਸ ਨੂੰ ਮੰਨ ਸਕਦੇ ਹਾਂ, ਲੇਕਿਨ ਟੈਂਪਰੇਰੀ ਦੇ ਵਿੱਚ ਆਈ ਡੋਨਟ ਨੋ, ਜੇ ਤੁਸੀਂ ਮੈਨੂੰ ਪੁੱਛੋਗੇ ਵੀ ਕਿਤਾਬ ਦੇ ਵਿੱਚ ਇਹਦਾ ਕਾਨੂੰਨੀ ਤੌਰ ਤੇ ਕੁਝ ਵੀ ਐਕਸਪਲੇਨੇਸ਼ਨ ਹੈਗੀ ਹੈ, ਕੁਝ ਵੀ ਐਗਜ਼ਿਸਟ ਨਹੀਂ ਕਰਦਾ, ਥੀਸ ਆਰ ਜਸਟ ਪ੍ਰੈਕਟੀਕਲ ਥਿੰਗਸ। ਲੇਕਿਨ ਫਾਈਲ ਨੰਬਰ ਇਜ਼, ਅਸੀਂ ਇਹਨੂੰ ਐਕਨੋਲੇਜਮੈਂਟ ਆਫ ਰਿਸੀਟ ਕਹਿ ਦਿੰਦੇ ਹਾਂ, ਜਾਂ ਹੋਰ ਟੈਕਨੀਕਲ ਜਾਂਦੇ ਹਾਂ ਤਾਂ ਉਹਨੂੰ R10 ਕਹਿ ਦਿੰਦੇ ਹਾਂ, ਜਿਹਨੂੰ ਕੰਪਲੀਟਲੈਸ ਚੈੱਕ ਕਹਿੰਦੇ ਹਾਂ ਅਸੀਂ। ਵੀ R10 ਦੀ ਜਿਹੜੀ ਐਲੀਜੀਬਿਲਟੀ ਉਹ ਡਿਫਾਈਨਸ ਕੀ ਤੁਸੀਂ ਸਾਰਾ ਕੁਝ ਮੀਟ ਕਰਦੇ ਹੋ ਇਮੀਗ੍ਰੇਸ਼ਨ ਉਸ ਪ੍ਰੋਗਰਾਮ ਨੂੰ ਜਿਹਦੇ ਵਿੱਚ ਤੁਸੀਂ ਅਪਲਾਈ ਕੀਤਾ, ਤਾਂ ਹੀ ਉਹ ਤੁਹਾਨੂੰ ਵਰਕ ਪਰਮਿਟ ਦੇ ਸਕਦੇ ਆ। ਜੇ ਲੈਟਸ ਸੇ ਕੋਈ ਇਨਸਾਈਡ ਕੈਨੇਡਾ ਹੈਗਾ ਤਾਂ R10 ਕੰਪਲੀਟ ਚੈੱਕ ਹੈਗਾ ਤਾਂ ਹੀ ਤੁਹਾਨੂੰ ਵਰਕ ਪਰਮਿਟ ਰਿਲੀਜ਼ ਹੋਊਗਾ, ਉਦੋਂ ਤੱਕ ਨੂੰ ਬ੍ਰਿਜ ਓਪਨ ਵਰਕ ਪਰਮਿਟ ਵੀ ਨਹੀਂ ਮਿਲ ਸਕਦੇ, ਜਾਂ ਹੋਰ ਐਲੀਜੀਬਿਲਟੀ ਕ੍ਰਾਈਟੇਰੀਆ ਜਿਵੇਂ ਕਹਿ ਦਈਏ ਆਪਾਂ। ਸੋ ਇਹਦੇ ਵਿੱਚ ਐਸ ਸੱਚ ਟੈਂਪਰੇਰੀ ਪਰਮਾਨੈਂਟ 'ਚ ਇਹੀ ਫਰਕ ਹੈ ਜੀ, ਜਦੋਂ ਤੱਕ ਪਰਮਾਨੈਂਟ ਨੰਬਰ ਇਸ਼ੂ ਨਹੀਂ ਹੁੰਦਾ ਤਾਂ ਉਹਨਾਂ 'ਚ ਕੁਝ ਨਹੀਂ ਮਿਲਦਾ। ਹਾਂਜੀ, ਆਪਾਂ ਐਪਲੀਕੇਬਲ ਕਹਿ ਨਹੀਂ ਸਕਦੇ। ਸੋ ਦਰਸ਼ਕਾਂ ਨੂੰ ਇਹ ਦੱਸਣਾ ਜ਼ਰੂਰੀ ਆ ਕਿ ਜਦੋਂ ਵੀ ਉਹਨਾਂ ਨੇ ਅਪਲਾਈ ਕਰਨਾ ਹੈ ਇਮੀਗ੍ਰੇਸ਼ਨ ਲਈ, ਸਪਾਊਸਲ ਇਮੀਗ੍ਰੇਸ਼ਨ ਲਈ, ਫਾਈਲ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਓ, 5-7 ਵਾਰੀ ਚੈੱਕ ਕਰੋ, ਕੋਈ ਚੀਜ਼ ਮਿਸ ਨਾ ਕਰੋ। ਜੇ ਫਾਈਲ ਵਾਪਸ ਆ ਗਈ ਤਾਂ ਤੁਹਾਡਾ ਪਹਿਲਾ ਟਾਈਮ ਵੀ ਵੇਸਟ ਹੋ ਜਾਣਾ ਹੈ ਤੇ ਤੁਸੀਂ ਫਿਰ ਪਿੱਛੇ ਲਾਈਨ ਵਿੱਚ ਪਿੱਛੇ ਚਲੇ ਜਾਣਾ। ਇਹਦੇ 'ਚ ਮੈਂ ਐਡ ਕਰਨਾ ਚਾਹੂੰਗਾ ਡਾਕਟਰ ਸਾਹਿਬ, ਕਈ ਵਾਰ ਕੀ ਹੁੰਦਾ ਹੈ ਕਿ ਬਹੁਤ ਹੋਣਾ ਵੀ ਚਾਹੀਦਾ, ਪੜ੍ਹੇ ਲਿਖੇ ਲੋਕ ਨੇ ਜੇ ਉਹ ਕੌਨਫੀਡੈਂਟ ਹੈਗੇ ਕਿ ਅਸੀਂ ਫਾਈਲ ਖੁਦ ਕਰਨਾ ਚਾਹੁੰਦੇ ਹਾਂ, ਕੋਈ ਕਾਉਂਸਲ ਦੀ ਹੈਲਪ ਨਹੀਂ ਲੈਣਾ ਚਾਹੁੰਦੇ, ਕੋਈ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਨਹੀਂ ਯੂਜ਼ ਕਰਨਾ ਚਾਹੁੰਦੇ, ਇਟਸ ਕੰਪਲੀਟਲੀ ਫਾਈਨ। ਲੇਕਿਨ देयर आर सर्टन ਕੰਸਲਟੈਂਟਸ ਔਰ ਲਾਇਰਸ ਜਾਂ ਕਾਉਂਸਲ ਅਵੇਲੇਬਲ ਨੇ ਜਿਹੜੇ ਉਹਦੀ ਪ੍ਰੂਫ ਰੀਡਿੰਗ ਕਰ ਦਿੰਦੇ ਨੇ। ਓਕੇ, ਸੋ ਤੁਸੀਂ ਨਹੀਂ ਫੁੱਲ ਸਰਵਿਸ ਕਿਸੇ ਦੀ ਯੂਜ਼ ਕਰਨਾ ਚਾਹੁੰਦੇ ਤਾਂ ਜਿਹੜੇ ਵੀ, ਮੈਂ ਨਹੀਂ ਕਹਿੰਦਾ ਕਿ ਸਾਰੇ ਕਰਦੇ ਨੇ, ਕਿਉਂਕਿ ਕਈ ਵਾਰ ਉਸ ਰਿਵਿਊ ਦੇ ਵਿੱਚ ਹੀ ਇੰਨਾ ਕੁਝ ਆ ਜਾਂਦਾ ਕਿ ਵੀ ਸਾਰੀ ਫਾਈਲ ਹੀ ਟੇਕ ਓਵਰ ਕਰਨੀ ਪੈਂਦੀ। ਸੋ ਇਟਸ ਆਲਵੇਜ਼ ਟੂ ਹੈਵ ਅ ਸੈਕੰਡ ਕਾਲ ਔਰ ਅ ਰਿਵਿਊ ਸਰਵਿਸ ਐਟ ਯੂਰ ਡੋਰ, ਜੋ ਵੀ ਤੁਹਾਡੇ ਬਜਟ ਦੇ ਵਿੱਚ ਫਿੱਟ ਪੈਂਦਾ। ਤੁਸੀਂ ਰਿਸਰਚ ਕਰ ਲਓ, ਉਹਨੂੰ ਦੇਖ ਲਓ, ਲੇਕਿਨ ਰੈਦਰ ਦੈਨ ਜਿਹੜੀਆਂ ਸੈਂਸਿਟਿਵ ਐਪਲੀਕੇਸ਼ਨਸ ਨੇ, ਜਿੱਦਾਂ ਕਿ ਆਪਾਂ ਅੱਜ ਸਪਾਊਸਲ ਦੇ ਉੱਤੇ ਗੱਲ ਕਰਦੇ ਪਏ ਹਾਂ, ਜਿਸ 'ਚ ਟਾਈਮ ਬੜਾ ਕ੍ਰਿਟੀਕਲ ਹੈ, ਕਿਉਂਕਿ ਦੇਖੋ ਅੱਜ ਕੱਲ੍ਹ ਹਰੇਕ ਫੈਕਟਰ ਨੂੰ ਸਮਝਣ ਦੀ ਜ਼ਰੂਰਤ ਹੈ ਜੀ। ਮੈਂ ਲਾਸਟ ਵੀਕ ਵੀ ਮੇਰੀ ਫੀਮੇਲ ਕਲਾਇੰਟ ਸੀਗੇ, ਉਹਨਾਂ ਦੀ ਫਾਈਲ ਕਲੋਜ਼ ਕੀਤੀ, ਤੇ ਆਈ ਫੀਲ ਕਿ ਸਾਡੀ ਜਿਹੜੀ ਸੁਸਾਇਟੀ, ਮੈਂ ਇਹ ਨਹੀਂ ਕਹਿੰਦਾ ਕਿ ਵੀ ਮੇਲਸ ਵੱਲੋਂ ਹੀ ਪ੍ਰੈਸ਼ਰ ਆ ਰਿਹਾ, ਜਾਂ ਸੋ ਈਵਨ ਮੁੰਡਾ ਇੱਥੇ ਹੋਊਗਾ ਤਾਂ ਪਿੱਛੇ ਕੁੜੀ ਵਾਲਿਆਂ ਨੂੰ ਵੀ ਪ੍ਰੈਸ਼ਰ ਹੋਊਗਾ ਕਿ ਪਤਾ ਨਹੀਂ ਮੁੰਡੇ ਨੇ ਕੋਈ ਇਦਾਂ ਦੀ ਗੱਲ ਨਾ ਹੋ ਜਾਏਗੀ ਵੀ ਕੁੜੀ ਨੂੰ ਲੈ ਕੇ ਨਾ ਜਾਵੇ। ਜੇ ਕੁੜੀ ਇੱਥੇ ਤਾਂ ਉਹਨੂੰ ਲੱਗਦਾ ਵੀ ਕੁੜੀ ਦੀ ਇੰਟੈਂਟ ਨਾ ਬਦਲ ਜਾਵੇ, ਕਿਉਂਕਿ ਜਿਹੜੇ ਸਾਡੇ ਸੋਸ਼ਲ ਲਾਈਫ ਦੇ ਵਿੱਚ ਇਨਸੀਡੈਂਟਸ ਹੋ ਰਹੇ ਹੁੰਦੇ ਨੇ, ਉਹ ਸਾਡੀ ਡਿਸੀਜਨ ਮੇਕਿੰਗ ਤੇ ਪਲੱਸ ਸਾਡੀ ਅਪਰੋਚ ਨੂੰ ਡਿਫਾਈਨ ਕਰਦੇ ਆ। ਠੀਕ ਆ, ਮੈਂ ਇਹ ਨਹੀਂ ਕਹਿੰਦਾ ਕਿ ਉਹ ਪਾਰਟਿਕੂਲਰ ਕੁੜੀ ਤੇ ਕੋਈ ਪ੍ਰੈਸ਼ਰ ਹੋਊਗਾ ਜਾਂ ਮੈਂ, ਲੇਕਿਨ ਐਜ਼ ਅ ਕਾਉਂਸਲ ਆਈ ਫੈਲਟ ਵੀ ਹਰੇਕ ਬੰਦਾ ਚਾਹੇ ਉਹ ਮੁੰਡਾ ਹੈ, ਚਾਹੇ ਉਹ ਮੇਲ ਕੈਂਡੀਡੇਟ ਹੈ, ਚਾਹੇ ਉਹ ਫੀਮੇਲ ਕੈਂਡੀਡੇਟ ਹੈ, ਜਦੋਂ ਵੀ ਸਾਡੇ ਕੋਲ ਆਉਂਦੇ ਆ ਸਪਾਊਸਲ ਇਮੀਗ੍ਰੇਸ਼ਨ 'ਚ ਖਾਸ ਤੌਰ ਤੇ ਇਹ ਵੱਡੀ ਫਾਈਲ ਹੁੰਦੀ, ਅਸੀਂ ਵੀ ਕਹਿੰਦੇ ਆ ਵੀ ਸਾਨੂੰ ਵੀ 3-4 ਸੀਟਿੰਗਾਂ ਚਾਹੀਦੀਆਂ ਨੇ, ਵੀ ਅਸੀਂ ਇੱਕ ਦਿਨ 'ਚ ਇਹਨੂੰ ਨਹੀਂ ਪ੍ਰੋਡਿਊਸ ਕਰ ਸਕਦੇ ਸਭ ਕੁਝ, ਨਾ ਹੀ ਤੁਹਾਡੇ ਤੋਂ ਇੱਕ ਦਿਨ 'ਚ ਪ੍ਰੋਡਿਊਸ ਹੋਣਾ ਸਭ ਕੁਝ, ਵੀ ਇਟਸ ਐਟਲੀਸਟ 10 to 15 days ਜੇ ਨਾਰਮਲੀ ਆਪਾਂ ਲਾਉਂਦੇ ਹਾਂ, ਜੋ ਮੈਂ ਨਾਰਮਲੀ ਦੇਖਦਾ।
ਲੇਕਿਨ ਡਿਪੈਂਡ ਕਰਦਾ ਕਿਸੇ ਦੀ ਅਰਜੈਂਸੀ ਹੈ, ਕਿਸੇ ਦਾ ਕੁਛ ਆ। ਲੇਕਿਨ ਆਈ ਫੈਲਟ ਦੋਜ਼ ਥਿੰਗਸ ਕਿ ਜਿੱਦਾਂ ਦੇ ਸਾਡੇ ਸੋਸ਼ਲ ਨੋਰਮਸ ਚੇਂਜ ਹੁੰਦੇ ਆ ਤਾਂ ਇਹ ਬੜੀ ਕ੍ਰਿਟੀਕਲ ਜੀ ਐਪਲੀਕੇਸ਼ਨ ਆ, ਇਹਨੂੰ ਬੜਾ ਧਿਆਨ ਨਾਲ ਕਿਸੇ ਤੋਂ ਵੀ ਰਿਵਿਊ ਕਰਾ ਲਓ। ਕੋਈ ਉਹਦੇ 'ਚ ਹਰਜ ਵਾਲੀ ਕੋਈ ਗੁਰੇਜ ਵਾਲੀ ਗੱਲ ਨਹੀਂ ਹੈ ਕਿ ਰੈਦਰ ਦੈਨ ਵੇਸਟਿੰਗ 3.5-4 ਮਹੀਨੇ ਈਵਨ 6 ਮਹੀਨੇ ਕੋਵਿਡ ਦੇ ਵਿੱਚ ਤਾਂ ਹੁਣ ਆਪਾਂ ਕਹਿ ਵੀ ਨਹੀਂ ਸਕਦੇ ਕਿ ਸਾਲ ਵੇਸਟ ਹੋਇਆ ਲੋਕਾਂ ਦਾ। ਹਾਂਜੀ, ਤਾਂ ਇਹ ਸਾਰਾ ਟਾਈਮ ਸੈਂਸਿਟਿਵ ਮੈਟਰ ਹੈ ਕਿਉਂਕਿ ਤੁਸੀਂ ਜਿੰਨੀ ਫਾਈਲ ਬੈਟਰ ਗਈ, ਜਿੰਨੀ ਤੁਸੀਂ ਬੈਟਰ ਪ੍ਰੈਪਰੇਸ਼ਨ ਨਾਲ ਗਈਆਂ, ਲਾਸਟ ਈਅਰ ਤੱਕ ਕਈ ਫਾਈਲਾਂ ਸਰ 3-3 ਮਹੀਨੇ 'ਚ ਵੀ ਡਨ ਹੋਈਆਂ। ਅੱਛਾ, ਹਾਂਜੀ, 1.5 ਮਹੀਨੇ 'ਚ ਵੀ ਫਾਈਲ ਹੁੰਦੀ ਮੈਂ ਡਨ ਦੇਖੀ। ਸੋ ਸਮਟਾਈਮਸ ਇਟਸ ਫਿਰ ਉਹ ਤੀਜਾ ਐਸਪੈਕਟ ਇਹੀ ਕਹਿਣ ਲੱਗਿਆ ਸੀ, ਪ੍ਰੋਸੈਸਿੰਗ ਟਾਈਮ ਇੱਕ ਇਦਾਂ ਦੀ ਚੀਜ਼ ਹੈ ਜੀ, ਉਹ ਕਿਹੜੇ ਟਾਈਮ ਬਦਲੂਗਾ। ਹੁਣ ਮੇਰੀ ਜੇ ਤੁਸੀਂ ਗੱਟ ਫੀਲਿੰਗ ਪੁੱਛੋਗੇ ਇਸ ਸਾਲ ਦੀ, ਦੇਰ ਆਰ ਸਟਰੋਂਗ ਚਾਂਸਿਸ ਵੀ ਦਸੰਬਰ ਤੱਕ ਸਪਾਊਸਲ ਦੀਆਂ ਜਿੰਨੀਆਂ ਵੀ ਬੈਕਲੌਗ ਵਾਲੀਆਂ ਫਾਈਲਾਂ ਨੂੰ ਸਾਰੇ ਕਲੀਅਰ ਕਰ ਦੇਣ। ਅੱਛਾ, ਹਾਂਜੀ, ਸੋ ਦੇਰ ਆਰ ਸਟਰੋਂਗ ਚਾਂਸਿਸ। ਕਿਉਂਕਿ ਹਰ ਇਮੀਗ੍ਰੇਸ਼ਨ ਜਦੋਂ ਵੀ ਸਮਝਣ ਦੀ ਜ਼ਰੂਰਤ ਹੈ ਕਿ ਇਮੀਗ੍ਰੇਸ਼ਨ ਪ੍ਰੋਗਰਾਮ ਜਦੋਂ ਵੀ ਚੱਲਦਾ, ਹਰੇਕ ਇਮੀਗ੍ਰੇਸ਼ਨ ਚਾਹੇ ਉਹ ਫੈਮਿਲੀ ਹੈ, ਚਾਹੇ ਉਹ ਇਕਨੋਮਿਕ ਹੈ, ਚਾਹੇ ਅਸੀਂ ਰੈਫਿਊਜੀਜ਼ ਦੇ ਵਿੱਚ ਕਹਿ ਦਈਏ, ਪ੍ਰੋਵਿੰਸ ਲੈਵਲ ਤੇ ਕਹਿ ਦਈਏ, ਹਰ ਜਗ੍ਹਾ ਇੱਕ ਕੋਟਾ ਇਨਵੋਲਵ ਹੁੰਦਾ। ਸੋ ਜਦੋਂ ਤੱਕ ਉਹ ਕੋਟਾ ਰੀਚ ਨਹੀਂ ਹੁੰਦਾ ਤਾਂ ਗਵਰਨਮੈਂਟ ਨੂੰ ਆਪਣਾ ਬੈਕਲੌਗ ਉਸ ਹਿਸਾਬ ਨਾਲ ਮੈਨੇਜ ਕਰਨਾ ਪੈਂਦਾ। ਹੁਣ ਪੇਰੈਂਟਸ ਦੀ ਸਪਾਂਸਰਸ਼ਿਪ ਹੈ, ਉਹ 'ਤੇ ਵੀ ਬਹੁਤ ਪ੍ਰੈਸ਼ਰ ਹੈ ਕਿ ਵੀ ਪਿਛਲੇ ਪੇਰੈਂਟਸ ਨਹੀਂ ਨਿਬੜੇ ਹਜੇ 20 ਸਤੰਬਰ ਨੂੰ ਅਗਲਾ 2021 ਵਾਲਾ ਸ਼ੁਰੂ ਕਰਨਾ। ਸੋ ਥੀਸ ਥਿੰਗਸ ਕੀਪ ਔਨ ਚੇਂਜਿੰਗ। ਸੋ ਬੈਕ ਐਂਡ ਤੇ ਕੀ ਚੱਲਦਾ ਉਹ ਕਿਸੇ ਨੂੰ ਵੀ ਨਹੀਂ ਪਤਾ। ਸੋ ਸਾਡੇ ਕੋਲ ਜਿਹੜੇ ਇੰਡੀਕੇਟਰ ਅਵੇਲੇਬਲ ਨੇ ਉਹ ਪ੍ਰੋਸੈਸਿੰਗ ਟਾਈਮ ਸੀ। ਉੱਥੋਂ ਅਸੀਂ ਆਈਡੀਆ ਦੇਖ ਲਈਦਾ ਕਿ 90% ਕੇਸ ਉਸ ਟਾਈਮਲਾਈਨ 'ਚ ਮੇਰੇ ਕੱਲ ਜਿਹੜਾ ਡਿਜੀਟਲਾਈਜੇਸ਼ਨ ਕਰਨ ਲੱਗੇ ਨਾ ਫਾਰਮਾਂ ਦੀ, ਉਹਦੇ ਕਰਕੇ ਉਹਦਾ ਬਹੁਤ ਫਰਕ ਪਊਗਾ ਸਰ। ਗੱਲ ਇਹ ਕਿ ਵੀ ਉਹ ਇਟਸ ਪਾਰਟ ਆਫ ਟੈਸਟਿੰਗ। ਗੱਲ ਇਹ ਨਾ ਜੀ ਕਿ ਉਹਦਾ ਰਿਜ਼ਲਟ ਕੀ ਨਿਕਲੂਗਾ ਉਹ ਨਹੀਂ ਪਤਾ। ਵੀ ਕਈ ਵਾਰ ਜੈਨੂਇਨ ਫਾਈਲਸ ਵਰ ਨਾਟ ਏਬਲ ਟੂ ਗੋ ਥਰੂ ਪ੍ਰੋਪਰਲੀ, ਤੇ ਜਿਹੜੀਆਂ ਅਨਡਿਜ਼ਰਵਿੰਗ ਫਾਈਲਸ ਨੇ ਕਹਿ ਨਹੀਂ ਸਕਦੇ ਕਿ ਹੋ ਰਹੀਆਂ ਨੇ, ਲੇਕਿਨ ਯੂ ਸੀ ਕਿ ਜੋ ਨਾਰਮਲ ਪ੍ਰੈਕਟਿਸ 'ਚ ਆਉਂਦਾ ਕਿ ਵੀ ਯਾਰ ਇਹ ਫਾਈਲ ਕਿਵੇਂ ਡਨ ਹੋ ਗਈ, ਕਿ ਵੀ ਇੰਨਾ ਕੁਝ ਤਾਂ ਮਿਸਿੰਗ ਸੀਗਾ। ਤੇ ਵੈਲੀਡੇਸ਼ਨ ਕੀ ਚੀਜ਼ ਹੈ? ਵੈਲੀਡੇਸ਼ਨ ਆਫ ਦਾ ਫਾਰਮਸ ਉਹ ਜ਼ਰੂਰੀ ਕਰਨੀ ਚਾਹੀਦੀ ਹੈ? ਹਾਂਜੀ ਹਾਂਜੀ, ਬਿਲਕੁਲ ਇਟਸ ਅ ਪਾਰਟ ਆਫ ਦਾ ਪ੍ਰੋਸੈਸ। ਇਹ ਵੀ ਇੱਕ ਰੀਜ਼ਨ ਹੈ ਜੇ ਲੈਟਸ ਸੇ ਤੁਸੀਂ ਫਾਰਮ ਵੈਲੀਡੇਟ ਨਹੀਂ ਕੀਤੇ ਤੇ ਉਹ ਫਿਰ ਉਹ ਵੀ ਵਾਪਸ ਆ ਸਕਦੀ ਫਾਈਲ, ਕਿਉਂਕਿ ਵੈਲੀਡੇਸ਼ਨ ਕੋਡ ਨਾਲ ਹੀ ਡਾਟਾ ਐਂਟਰ ਹੁੰਦਾ। ਸੋ ਵੈਲੀਡੇਸ਼ਨ ਇਜ਼ ਮਸਟ ਔਨ ਜਿਹੜੇ ਵੀ ਫਾਰਮ ਦੇ ਉੱਤੇ ਅਵੇਲੇਬਲ ਹੈ ਸਰ, ਵੈਲੀਡੇਟ ਕਰਕੇ ਹੀ ਉਹ ਸਬਮਿਟ ਕਰਨਾ ਚਾਹੀਦਾ, ਕਿਉਂਕਿ ਬਾਰਕੋਡ ਜਨਰੇਟ ਹੁੰਦਾ ਜਿੱਤੋਂ ਡਾਟਾ ਪੁੱਲ ਕਰਦੇ ਆ। ਓਕੇ ਇੱਕ ਚੀਜ਼ ਹੋਰ ਦੱਸੋ, ਜਦੋਂ ਮੰਨ ਲਓ ਫਾਈਲ ਵਾਪਸ ਆ ਗਈ, ਹਾਂਜੀ, ਤੇ ਉਹਦੇ 'ਚ ਉਹਨਾਂ ਨੇ ਮਿਸਟੇਕ ਦੀ ਵੀ ਆਹ ਗਲਤੀ ਕਰਕੇ ਤੁਹਾਨੂੰ ਫਾਈਲ ਵਾਪਸ ਕਰ ਦਿੱਤੀ, ਹਾਂਜੀ, ਕੀ ਸਾਨੂੰ ਸਿਰਫ ਉਹ ਗਲਤੀ ਹੀ ਠੀਕ ਕਰਨੀ ਚਾਹੀਦੀ ਆ ਕਿ ਕੀ ਕੋਈ 1 ਸਾਲ ਬਾਅਦ ਜਦੋਂ ਫਾਈਲ ਵਾਪਸ ਆਈ ਤੁਹਾਡਾ ਸਟੇਟਸ ਚੇਂਜ ਹੋ ਗਿਆ, ਤੁਹਾਡਾ ਸਟੇ ਚੇਂਜ ਹੋ ਗਿਆ, ਤੇ ਕੀ ਸਾਨੂੰ ਸਾਰੇ ਫਾਰਮ ਦੁਬਾਰਾ ਨਵੇਂ ਭਰਨੇ ਚਾਹੀਦੇ? ਸਰ ਇਹਦੇ 'ਚ ਮੈਂ ਇੱਕ ਜਿਹੜੀ ਫਾਈਲ ਵਾਪਸੀ ਦੇ ਵਿੱਚ ਇੱਕ ਰੀਜ਼ਨ ਹੋਰ ਵੀ ਡਿਕਲੇਅਰ ਕਰਨਾ ਮੈਨੂੰ ਹੁਣ ਯਾਦ ਆਇਆ, ਉਹ ਹੈਗਾ ਕੰਟਰੀ ਸਪੈਸੀਫਿਕ ਰਿਕੁਆਇਰਮੈਂਟਸ। ਵੀ ਹਰ ਕੰਟਰੀ ਜਿੱਥੇ ਤੁਸੀਂ ਸਟੇ ਕੀਤਾ ਜਾਂ ਤੁਸੀਂ ਪੜ੍ਹੇ ਲਿਖੇ ਹੋ ਜਾਂ ਕੰਮ ਕੀਤਾ ਜਾਂ ਰਹਿ ਰਹੇ ਹੋ, ਉਸ ਕੰਟਰੀ ਦੇ ਹਿਸਾਬ ਨਾਲ ਵੀ ਤੁਹਾਡੀ ਰਿਕੁਆਇਰਮੈਂਟਸ ਡਿਕਲੇਅਰ ਹੁੰਦੀਆਂ। ਕਈ ਵਾਰ ਉਹ ਡਾਕੂਮੈਂਟਸ ਵੀ ਮਿਸਿੰਗ ਰਹਿ ਜਾਂਦੇ ਜਿਹਦੇ ਕਰਕੇ ਫਾਈਲ ਵਾਪਸ ਆਉਂਦੀ ਹੈ। ਤੁਸੀਂ ਸਵਾਲ ਪੁੱਛਿਆ ਕਿ ਵੀ ਲੈਟਸ ਸੇ ਫਾਈਲ ਵਾਪਸ ਆਈ 3 ਮਹੀਨੇ ਬਾਅਦ, 4 ਮਹੀਨੇ ਬਾਅਦ, 6 ਮਹੀਨੇ ਬਾਅਦ, ਸਾਲ ਬਾਅਦ, ਕੋਈ ਵੀ ਰੀਜ਼ਨ ਕਰਕੇ। ਸੋ ਨਾਰਮਲੀ ਕੀ ਹੁੰਦਾ ਸਰ, ਕਿਉਂਕਿ ਤੁਹਾਡਾ ਡਾਟਾ ਚੇਂਜ ਹੋ ਚੁੱਕਿਆ ਹੁੰਦਾ ਉਸ ਪੀਰੀਅਡ ਦੇ ਵਿੱਚ, ਅਸੀਂ ਸਟਰੋਂਗਲੀ ਰਿਕਮੈਂਡ ਕਰਦੇ ਹਾਂ ਕਿ ਵੀ ਤੁਸੀਂ ਫਾਰਮਸ ਨਵੇਂ ਅਪਲਾਈ ਕਰੋ। ਹਾਲਾਂਕਿ ਜਿਹਦੇ ਫਾਈਲ ਵਾਪਸੀ ਦਾ ਜਿਹੜਾ ਸਿਸਟਮ ਬਣਾਇਆ ਸੀਗਾ ਇਨ ਕੰਟੀਨਿਊਏਸ਼ਨ ਵਾਲਾ, ਉਹ ਇਹੀ ਸੀਗਾ ਕਿ ਵੀ ਫਾਈਲ ਜਲਦੀ ਵਾਪਸ ਆ ਜਾਇਆ ਕਰੂਗੀ ਤੇ ਬੰਦਾ ਉਹਨੂੰ ਰੈਕਟੀਫਾਈ ਕਰਕੇ ਦੁਬਾਰਾ ਸਬਮਿਟ ਕਰ ਸਕਦਾ। ਠੀਕ ਹੈ, ਓਰੀਜਨਲੀ ਦੈਟ ਵਾਸ ਦਾ ਪਲਾਨ। ਲੇਕਿਨ ਹੁਣ ਟਾਈਮਲਾਈਨ ਇੰਨੀ ਕਿ ਇਨਵੋਲਵ ਹੋ ਜਾਂਦੀ ਹੈ ਜੀ, ਇੰਨੇ 'ਚ ਫਾਰਮ ਨਵੇਂ ਇੰਟਰੋਡਿਊਸ ਹੋ ਗਏ। ਤੁਸੀਂ ਕਿਹਾ ਕਿ ਵੀ ਕਿਸੇ ਦਾ ਸਟੇਟਸ ਬਦਲ ਗਿਆ, ਕਿ ਫਿਰ ਉਹ ਸਾਰਾ ਕੁਝ ਤੁਸੀਂ ਹੁਣ ਐਜ਼ ਸੱਚ ਜਦੋਂ ਫਾਈਲ AOR ਜਨਰੇਟ ਹੋਣਾ, ਐਕਨੋਲੇਜਮੈਂਟ ਆਫ ਰਿਸੀਟ, ਤਾਂ ਉਸ ਦਿਨ ਕੀ ਹੈ ਕਿ ਵੀ ਇੱਦਾਂ ਦਾ ਵੈਲੀਡੇਟਡ ਹੋਣਾ ਚਾਹੀਦਾ ਜਿੱਦੋਂ ਤੱਕ ਤੁਸੀਂ ਫਾਈਲ ਤੋਰੀ ਸੀ, ਨਹੀਂ ਤਾਂ ਫਿਰ ਉਹ ਡਾਟਾ ਮਿਸ ਹੋ ਗਿਆ। ਸੋ ਅਸੀਂ ਆਲਵੇਜ਼ ਲੈਟਸ ਸੇ ਇੱਦਾਂ ਦੀ ਕੋਈ ਹਾਲਾਤ ਸਾਡੇ ਕੋਲ ਕਿਸੇ ਕਲਾਇੰਟ ਦੀ ਫਾਈਲ ਵੀ ਆਏ ਜਾਂ ਸਾਡੇ ਵੀ ਤੋਂ ਵੀ ਕਦੇ ਵਾਪਸ ਆ ਸਕਦੀ ਹੈ, ਤਾਂ ਅਸੀਂ ਕੋਸ਼ਿਸ਼ ਇਹੀ ਹੁੰਦੀ ਹੈ ਕਿ ਨਵੇਂ ਫਾਰਮ ਭਰੀਏ, ਨਵੀਂ ਡੈਕਲੇਰੇਸ਼ਨ ਸਭ ਕੁਝ ਨਵਾਂ ਸਬਮਿਟ ਕਰੀਏ ਵਿਦ ਪ੍ਰੋਪਰ ਟਿਲ ਡੇਟ ਐਕਸਪਲੇਨੇਸ਼ਨ ਵੀ ਸਾਡਾ ਸਟੈਂਡ ਇਹ ਹੈ। ਉਹਦੇ 'ਚ ਤੁਹਾਨੂੰ ਇੱਕ ਬੈਨੀਫਿਟ ਹੋਰ ਮਿਲ ਜਾਂਦਾ ਸਰ, ਉਹ ਇਹ ਹੈ ਕਿ ਤੁਹਾਡਾ ਜਿਹੜਾ ਰਿਲੇਸ਼ਨਸ਼ਿਪ ਪ੍ਰੂਫ ਹੋ ਜਾਂਦਾ ਉਹ ਹੋਰ ਬੈਟਰ ਹੋ ਜਾਂਦਾ। ਹਾਂਜੀ, ਤੁਹਾਡੇ ਕੋਲ ਕਾਲ ਲੌਗਸ ਹੋਈਆਂ ਜਾਂ ਤੁਹਾਡੀ WhatsApp ਤੁਹਾਡੇ ਕੋਲ ਬੇਸਿਕਲੀ ਸਪੋਰਟਿੰਗ ਡਾਕੂਮੈਂਟ ਵੱਧ ਜਾਂਦੇ, ਸਟਰੋਂਗ ਹੋ ਜਾਂਦੇ ਹਨ, ਬਹੁਤ ਰਿਲੇਸ਼ਨ ਪੁਰਾਣਾ ਹੋ ਜਾਂਦਾ ਨਾ ਜੀ। ਸੋ ਸਮਟਾਈਮਸ ਉਹ ਫਿਰ ਮਨ ਸਮਝਾਉਣ ਨੂੰ ਕਹੀਦਾ, ਪਰ ਕਹਿਣਾ ਪੈਂਦਾ, ਫਾਇਦਾ ਹੋ ਗਿਆ, ਬਲੇਸਿੰਗ ਇਨ ਡਿਸਗਾਈਜ਼। ਹਾਂਜੀ, ਸੋ ਮਤਲਬ ਹਾਲਾਂਕਿ ਬੰਦਾ ਪਰੇਸ਼ਾਨ ਹੁੰਦਾ ਦੋਨੋਂ ਪਾਸੋਂ, ਲੇਕਿਨ ਕਈ ਵਾਰ ਕੀ ਹੁੰਦਾ ਕੁਝ ਚੀਜ਼ਾਂ ਹੈਪਨ ਹੁੰਦੀਆਂ ਇਨਸਾਨ ਦੀ ਲਾਈਫ ਦੇ ਵਿੱਚ, ਉਹਨੂੰ ਫਾਇਦਾ ਕਰ ਜਾਂਦਾ। ਤੇ ਉਹ ਵਧੀਆ ਆਪਾਂ ਕਹਿੰਦੇ ਜੋ ਹੁੰਦਾ ਉਹ ਚੰਗੇ ਲਈ ਹੁੰਦਾ, ਆਪੋ ਗੱਲ ਕਹਿ ਸਕਦੇ ਆ, ਪਰ ਉਹ ਮਨ ਰੱਖਣ ਵਾਲੀ ਗੱਲ ਆ। ਠੀਕ ਹੈ, ਇਹਦਾ ਮਤਲਬ ਇਹ ਨਹੀਂ ਕਿ ਵੀ ਆਪਾਂ ਚਾਂਸ ਲੈ। ਹਾਂਜੀ।
ਸੋ ਇੱਕ ਚੀਜ਼ ਤੁਸੀਂ ਕਹਿ ਰਹੇ ਸੀ ਐਕਸਪਲੇਨੇਸ਼ਨ, ਹਾਂਜੀ। ਮੰਨ ਲਓ ਇੱਕ ਕਵਰਿੰਗ ਲੈਟਰ ਲਾਉਣੀ ਹੈ, ਹਾਂਜੀ ਉਹ ਕਿੰਨੀ ਕੁ ਵੱਡੀ ਲੈਟਰ ਚਾਹੀਦੀ ਹੈ, ਛੋਟੀ ਲਿਖਣੀ ਚਾਹੀਦੀ ਹੈ ਕਿ ਕਾਫੀ ਡਿਟੇਲ ਲਿਖਣੀ ਚਾਹੀਦੀ ਹੈ? ਸਰ ਡਿਪੈਂਡ ਕਰਦਾ ਕਿ ਤੁਹਾਡਾ ਰਿਲੇਸ਼ਨ ਚ ਹੁਣ ਕਿਉਂਕਿ ਮੰਨ ਲਓ ਤੁਹਾਡਾ ਰਿਲੇਸ਼ਨ ਹੀ ਬਹੁਤ ਪੁਰਾਣਾ ਵੀ ਤੁਸੀਂ ਸਕੂਲ ਚ ਇਕੱਠੇ ਪੜ੍ਹੇ ਸੀ। ਦੇਖੋ ਫਰੈਂਡਸ਼ਿਪ ਹੈ, ਉਹ ਕੱਲ ਨੂੰ ਲਵਸ਼ਿਪ ਚ ਹੋਈ, ਫਿਰ ਫੈਮਿਲੀ ਚ ਕਨਵਰਟ ਹੋਈ, ਠੀਕ ਹੈ, ਉਹਦੇ ਨਹੀਂ ਮੇਰਾ ਨਹੀਂ, ਐਪਲੀਕੈਂਟ ਐਗਜ਼ਾਮਪਲ ਦੈਟਸ ਫਨੀ। ਮੇਰਾ ਕਹਿਣ ਦਾ ਐਪਲੀਕੈਂਟ ਦੇ ਰਿਸਪੈਕਟ ਮੈਂ ਇੱਕ ਐਗਜ਼ਾਮਪਲ ਦਿੱਤੀ। ਲੈਟਸ ਸੇ ਤੁਹਾਡੀ ਸਕੂਲ ਲਾਈਫ ਇਕੱਠੀ ਹੈ, ਫਿਰ ਤੁਹਾਡੀ ਕਾਲਜ ਲਾਈਫ ਇਕੱਠੀ ਹੈ, ਯੂ ਨੋ ਈਚ ਅਦਰ, ਲੇਕਿਨ ਤੁਸੀਂ ਇਹ ਨਹੀਂ ਸੋਚਿਆ ਸੀ ਵੀ ਗੋਇੰਗ ਫਾਰਵਰਡ ਯੂ ਵਿਲ ਬੀ ਅ ਮੈਰਿਡ ਕਪਲ, ਤੇ ਤੁਸੀਂ ਏਮਪਲੋਇਮੈਂਟ ਇਕੱਠੇ ਕਰ ਸਕਦੇ ਹੋ। ਸੋ ਮੈਨੀ ਥਿੰਗਸ ਕੈਨ ਬੀ। ਨਹੀਂ ਉਹ ਤੇ ਉਹਦੀ ਹੈ ਨਾ, ਫਿਰ ਉਹ ਸਾਰੀ ਕਹਾਣੀ ਤੁਹਾਨੂੰ ਐਕਸਪਲੇਨ ਕਰਨੀ ਪੈਂਦੀ ਹੈ। ਨਹੀਂ ਦੈਟ ਇਜ਼ ਫॉर ਦਾ ਮੈਰਿਜ, ਬਟ ਮੈਂ ਕਹਿੰਦਾ ਜਦੋਂ ਆਪਾਂ ਫਾਈਲ ਰੀਸਬਮਿਟ ਕਰਦੇ ਹਾਂ, ਮੈਂ ਉਹਦੇ ਚ ਚਾਹੁੰਦਾ ਵੀ ਇੱਕ ਕਵਰਿੰਗ ਲੈਟਰ ਲਾਈ ਜਾਵੇ। ਬਿਲਕੁਲ ਉਹ ਮਸਟ ਹੈ ਸਰ, ਉਹ ਮਸਟ ਹੈ, ਉਹ ਚ ਥੋੜਾ ਘੱਟ 1-2 ਪੈਰਾਗ੍ਰਾਫ ਹੀ ਲਿਖਿਆ ਜਾਵੇ, ਤੇ ਦੈਟ ਇਜ਼ ਆਲਸੋ ਗੁੱਡ। ਹਾਂਜੀ ਨਹੀਂ ਬਿਲਕੁਲ ਸਰ, ਹਾਂਜੀ ਉਹ ਤਾਂ ਜਿੰਨਾ ਕੁ ਗੱਲ ਹੋਈ ਹੈ ਕਿ ਜਿੰਨਾ ਕੋ ਬੋਲੇ ਨੇ ਉਹਨਾਂ ਕਾ 500 ਦੇ ਦੇਣਾ। ਹਾਂਜੀ ਸੋ ਆਪਾਂ ਅੱਜ ਕਾਫੀ ਕੁਝ ਡਿਸਕਸ ਕਰ ਰਹੇ ਹਾਂ ਬਿਕਾਜ਼ ਕਿਸ ਤਰ੍ਹਾਂ ਫਾਰਮ ਭਰਨੇ ਆ। ਇੱਕ ਚੀਜ਼ ਹੋਰ ਆ, ਇਸ਼ੂ ਇਹ ਦੱਸੋ ਵੀ ਫਾਰਮ ਦਾ ਜਿਹੜੇ ਲਾਈਦੇ ਆ ਆਰਡਰ ਆਫ ਅਟੈਚਮੈਂਟ, ਹਾਂਜੀ ਉਹ ਬੜੀ ਇੰਪੋਰਟੈਂਟ ਹੈ ਬਿਕਾਜ਼ ਉਹਦੇ ਚ ਵੇਖੀ ਤਾਂ ਕਈ ਵਾਰੀ ਉਹ ਕਹਿੰਦੇ ਜਿਹੜੇ ਵੈਲੀਡੇਸ਼ਨ ਵਾਲੇ ਫਾਰਮ ਹੈ ਨਾ, ਪਿਛਲੀ ਐਪਲੀਕੇਸ਼ਨ ਲਾ ਕੇ ਅੱਗੇ ਲਾ ਦਿਓ, ਅਕਸਰ ਲੋਕੀ ਭੁੱਲ ਜਾਂਦੇ ਆ ਹੈ, ਤੇ ਉਹ ਇੰਨਾ ਕੋਈ ਫਰਕ ਨਹੀਂ ਪੈਂਦਾ। ਇਹ ਕੋਈ ਬਹੁਤ ਵੱਡੀ ਗੱਲ ਨਹੀਂ, ਵੱਡੀ ਗੱਲ ਨਹੀਂ, ਪਰ ਫਾਰਮ ਸਾਰੇ ਹੋਣੇ ਚਾਹੀਦੇ। ਫਾਰਮ ਸਾਰੇ ਚਾਹੀਦੇ ਆ, ਫਾਰਮ ਮਿਸ ਹੋ ਗਿਆ, ਅੱਛਾ ਉੱਪਰ ਥੱਲੇ ਲਾਇਆ, ਲੱਗਦਾ ਕੋਈ ਫਰਕ ਨਹੀਂ, ਬਹੁਤਾ ਪਰ ਉੱਤੇ ਥੱਲੇ ਬਹੁਤਾ ਫਰਕ ਨਹੀਂ ਪੈਂਦਾ ਵੀ, ਕਿਉਂਕਿ ਮੈਂ ਕਿਹਾ ਅੱਛਾ ਜਿਸ ਤਰ੍ਹਾਂ ਚੈੱਕ ਲਿਸਟ ਲਿਖੀ ਆ, ਇੱਕ ਨੰਬਰ ਤੇ ਆ ਟਿਕ ਫਾਰਮ ਲਾਤਾ, ਦੂਜੇ ਤੇ ਲਾਤਾ, ਤੀਜੇ ਲਾਤਾ, ਇੰਜ ਨਹੀਂ। ਇਮੀਗ੍ਰੇਸ਼ਨ ਡਿਪਾਰਟਮੈਂਟ ਸਖਤਾਈ ਲਈ ਨਹੀਂ ਬਣਿਆ। ਇੱਕ ਗੱਲ ਸਮਝਣ ਦੀ ਜ਼ਰੂਰਤ ਹੈ, ਉਹ ਇੱਕ ਪਬਲਿਕ ਐਡਮਿਨਿਸਟ੍ਰੇਟਿਵ ਸਰਵਿਸਿਜ਼ ਸੈਂਟਰ ਹੈ ਇੱਕ ਤਰੀਕੇ ਦਾ, ਜੇ ਆਪਾਂ ਉਹਨੂੰ ਡੈਫੀਨੇਸ਼ਨ ਲਈਏ। ਇਮੀਗ੍ਰੇਸ਼ਨ ਡਿਪਾਰਟਮੈਂਟ ਸਾਨੂੰ ਤੰਗ ਕਰਨ ਲਈ ਨਹੀਂ ਬਣੇ, ਉਹਨਾਂ ਦੀ ਇੱਕ ਡਿਊਟੀਜ਼ ਨੇ, ਉਹ ਓਬਲਾਈਜ਼ ਨੇ। ਜਦੋਂ ਅਸੀਂ ਫੀਸ ਪੇ ਕੀਤੀ ਹੈ, ਕੋਈ ਐਪਲੀਕੇਸ਼ਨ ਦੇ ਤੇ ਡਿਸੀਜਨ ਆਉਂਦਾ ਨਾ, ਯੈਸ ਆਵੇ ਚਾਹੇ ਨੋ ਆਵੇ, ਇਨਕੰਪਲੀਟ ਆਵੇ, ਰਿਫਿਊਜ਼ਲ ਆਵੇ, ਕੁਝ ਵੀ ਹੋਵੇ, ਡਿਸੀਜਨ ਆਉਂਦਾ। ਸੋ ਦੇ ਆਰ ਦੇਅਰ ਫॉर ਆਵਰ ਸਰਵਿਸ ਕਿ ਵੀ ਤੁਹਾਨੂੰ ਕੋਈ ਜਿਹੜੀ ਕੈਨੇਡੀਅਨ ਇਮੀਗ੍ਰੇਸ਼ਨ ਕਿਵੇਂ ਯੂਜ਼ ਕਰਨੀ, ਠੀਕ ਹੈ ਜੀ। ਸੋ ਇਮੀਗ੍ਰੇਸ਼ਨ ਕਦੇ ਵੀ ਅਸਾਈਨਮੈਂਟ ਵਾਲੀ ਗੱਲ ਨਹੀਂ ਕਿ ਵੀ ਤੂੰ ਆਹ 8 ਨੰਬਰ ਪੇਜ 1 ਨੰਬਰ ਤੇ ਲਾਤਾ, ਲੇਕਿਨ ਇਟ ਲੁਕਸ ਗੁੱਡ ਕਿ ਵੀ ਤੁਸੀਂ ਆਰਡਰ ਨੂੰ ਫੋਲੋ ਕਰੋ, ਠੀਕ ਹੈ, ਲੇਕਿਨ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਜੀ, ਕੋਈ ਵੀ ਇਹਦੇ ਨਾਲ ਨੁਕਸਾਨ ਨੈਗੇਟਿਵ ਕੋਈ ਇਫੈਕਟ ਨਹੀਂ ਹੈਗਾ। ਸੋ ਇੱਕ ਚੀਜ਼ ਹੋਰ ਵੀ ਆ, ਜਦੋਂ ਕੈਂਡੀਡੇਟ ਅਪਲਾਈ ਕਰ ਦਿੰਦੇ ਆ, ਅਕਸਰ ਪੁੱਛਦੇ ਆ ਵੀ ਤੁਸੀਂ ਜੀ ਸਾਡਾ ਸਟੇਟਸ ਕੀ ਆ, ਹੁਣ ਸਾਡੀ ਐਪਲੀਕੇਸ਼ਨ ਕਿੱਥੇ ਆ, ਹਾਂਜੀ, ਐਂਡ ਮੋਸਟ ਆਫ ਦਾ ਟਾਈਮ ਕੋਈ ਜਵਾਬ ਨਹੀਂ ਹੁੰਦਾ, ਕੋਈ ਪਤਾ ਨਹੀਂ ਲੱਗਦਾ ਸਾਨੂੰ, ਠੀਕ ਹੈ ਨਾ। ਸੋ ਉਹਦੇ ਵਿੱਚ ਕੋਈ ਤਰੀਕਾ ਹੈਗਾ ਵੀ ਆਪਾਂ ਐਪਲੀਕੇਸ਼ਨ ਬਾਰੇ ਕੋਈ ਜਾਣਕਾਰੀ ਲੈ ਸਕੀਏ, ਕੋਈ ਰਿਪੋਰਟਸ ਲੈ ਸਕੀਏ, ਕਿਸ ਤਰ੍ਹਾਂ ਅਪਲਾਈ ਕਰੀਏ ਸੋ ਦੈਟ ਦਾ ਪਰਸਨ ਕੈਨ ਨੋ ਵੀ ਮੇਰੀ ਐਪਲੀਕੇਸ਼ਨ ਪ੍ਰੋਸੈਸਿੰਗ ਦਾ ਆਊਟਕਮ ਕੀ ਹੈ, ਕੀ ਹੋ ਰਿਹਾ, ਕੋਈ ਹੈ ਤਰੀਕਾ? ਕੋਈ ਤਰੀਕੇ ਤਾਂ ਸਰ ਹਰ ਚੀਜ਼ ਦੇ ਹੈ, ਇਹ ਜੀ ਗੱਲ ਨਹੀਂ ਹੈ ਕਿ, ਪਰ ਸਟੇਜ ਕਿਹੜੀ ਤੇ ਹੈ ਫਾਈਲ, ਉਹ ਤੇ ਡਿਪੈਂਡ ਕਰਦਾ। ਪਹਿਲੀ ਗੱਲ ਤਾਂ ਇਹ, ਜਦੋਂ ਤੱਕ ਤੁਹਾਨੂੰ ਫਾਈਲ ਨੰਬਰ ਨਹੀਂ ਮਿਲਿਆ, ਟਰੈਕਿੰਗ ਇਜ਼ ਕਾਈਂਡ ਆਫ ਇੰਪੋਸੀਬਲ। ਤੁਸੀਂ ਕਾਲ ਕਰ ਸਕਦੇ ਹੋ, ਤੁਹਾਡੇ ਕੋਲ ਡੇਟ ਹੋਗੀ ਜਦੋਂ ਤੁਸੀਂ ਫਾਈਲ ਡਿਸਪੈਚ ਕੀਤੀ, ਉਹਦਾ ਇੱਕ ਟਰੈਕਿੰਗ ਨੰਬਰ ਹੈਗਾ, ਫਿਰ ਤੁਸੀਂ ਪ੍ਰੋਸੈਸਿੰਗ ਟਾਈਮ ਨੂੰ ਰੈਫਰ ਕਰਨਾ ਕਿ ਵੀ ਉਸ ਪ੍ਰੋਸੈਸਿੰਗ ਟਾਈਮ ਤੱਕ ਤੁਹਾਨੂੰ ਵੇਟ ਕਰਨੀ ਪੈਂਦੀ ਹੈ, ਜੋ ਵੀ ਇਮੀਗ੍ਰੇਸ਼ਨ ਵੱਲੋਂ ਡਿਫਾਈਨਡ ਹੈ। ਲੈਟਸ ਸੇ ਉਦੋਂ ਤੱਕ ਵੀ ਕੁਝ ਨਹੀਂ ਹੋ ਰਿਹਾ ਤੇ ਤੁਹਾਡਾ ਫਾਈਲ ਨੰਬਰ ਵੀ ਨਹੀਂ ਆਇਆ, ਤਾਂ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਜੇ ਤੁਸੀਂ ਇਨਸਾਈਡ ਕੈਨੇਡਾ ਦੇ ਵਿੱਚ ਹੋ। ਜੇ ਤੁਸੀਂ ਆਊਟਸਾਈਡ ਕੈਨੇਡਾ ਹੈਗੇ ਆ, ਫਿਰ ਉਹ ਪੋਸੀਬਲ ਨਹੀਂ ਹੈਗਾ। ਓਕੇ, ਲੈਟਸ ਸੇ ਆਪਾਂ ਪਿਛਲੀ ਵਾਰ ਵੀ ਕਵਰ ਕੀਤਾ ਸੀ, ਇਹਦੇ 'ਚ 2 ਸਟੇਜਸ ਇਨਵੋਲਵ ਨੇ। ਪਹਿਲਾਂ ਸਪਾਂਸਰ ਦੀ ਐਲੀਜੀਬਿਲਟੀ ਹੈ, ਫਿਰ ਸਪਾਂਸਰਡ ਦੀ। ਜਦੋਂ ਸਪਾਂਸਰ ਦੀ ਐਲੀਜੀਬਿਲਟੀ ਡਨ ਹੋ ਜਾਂਦੀ ਹੈ, ਜੇ ਪਹਿਲਾਂ ਉਹ 'ਤੇ ਡਿਸੀਜਨ ਹੁੰਦਾ ਜੀ, ਨਾਰਮਲੀ ਮੋਸਟ ਆਫ ਦ ਕੇਸਿਸ 'ਚ ਉਹ ਈਮੇਲ ਆਉਂਦੀ ਹੈ ਤੁਹਾਨੂੰ, ਡਾਕੂਮੈਂਟ ਸਟੇਟ ਆਉਂਦਾ ਓਕੇ ਕਿ ਵੀ ਤੁਹਾਡੀ ਐਲੀਜੀਬਿਲਟੀ ਮੀਟ ਹੋ ਗਈ ਹੈ। ਹਾਂਜੀ, ਐਂਡ ਸਬਸੀਕੁਐਂਟਲੀ ਲੈਟਸ ਸੇ ਆਊਟਸਾਈਡ ਆਫ ਕੈਨੇਡਾ ਐਪਲੀਕੇਸ਼ਨ ਕਈ ਵਾਰ ਮਿਸ ਆ ਗਈ, ਪ੍ਰੋਸੈਸ ਹੋ ਜਾਂਦੀ ਹੈ, ਕਈ ਵਾਰ ਦਿੱਲੀ ਰੈਫਰ ਕਰ ਦਿੰਦੇ ਆ, ਮਤਲਬ ਦੇ ਕੀਪ ਔਨ ਚੇਂਜਿੰਗ। ਮੇਰਾ ਇੱਕ ਵਾਰ ਕੇਸ ਸੀਗਾ ਜੀ, ਉਹ ਹਾਂਗਕਾਂਗ ਤੋਂ ਪ੍ਰੋਸੈਸ ਹੋਇਆ ਸੀਗਾ। ਸੋ ਮਤਲਬ ਇੰਡੀਆ ਦੇ ਕੇਸ ਕਹਿ ਰਿਹਾ ਮੈਂ, ਲੇਕਿਨ ਇਟਸ देयर ਇੰਟਰਨਲ ਸਮਟਾਈਮਸ ਕਿ ਵੀ ਉਹਨਾਂ ਕੋਲ ਬੈਕਲੌਗ ਕਿੰਨਾ, ਮਤਲਬ ਨੋਬਡੀ ਨੋਜ਼ ਕਿ ਵੀ ਉਹ ਕਿਵੇਂ ਡਿਸਟ੍ਰੀਬਿਊਟ ਹੁੰਦਾ, ਲੇਕਿਨ देयर ਆਰ ਥਿੰਗਸ ਦੈਟ ਹੈਪਨ। ਸੋ ਤੁਸੀਂ ਲੈਟਸ ਸੇ ਉਹਦਾ ਸਟੇਟਸ ਜਾਣਨਾ ਚਾਹੁੰਦੇ ਹੋ, ਬਹੁਤ ਟਾਈਮ ਹੋ ਗਿਆ, ਤੁਸੀਂ ਕੈਪਸ ਨੋਟਸ ਅਵੇਲੇਬਲ ਹੁੰਦੇ, ਤੁਸੀਂ ਉਹਨੂੰ ਆਰਡਰ ਕਰਕੇ GCMS ਨੋਟਸ ਨੂੰ ਕਾਪੀ ਲੈ ਸਕਦੇ ਹੋ ਕਿ ਕਿਹੜੀ ਸਟੇਜ ਦੇ ਫਾਈਲ ਹੈ, ਪਰ ਉਹ ਲੇਟ ਆਉਂਦੀ ਹੈ ਸਰ, 20 ਤੋਂ 25-30 ਦਿਨ ਲੱਗ ਜਾਂਦੇ ਆ ਕਈ ਵਾਰ ਉਹਨੂੰ ਆਉਣ ਨੂੰ, ਤੇ ਉਹ ਫਿਰ ਅਪਡੇਟਡ ਉਦੋਂ ਮੰਨ ਲਓ ਤੁਸੀਂ ਅੱਜ ਨੋਟਸ ਪਾਏ, ਅੱਜ 30 ਦਿਨ ਬਾਅਦ ਮਿਲੇ, ਲੇਕਿਨ ਉਹ 30 ਦਿਨ ਦੇ ਵਿੱਚ ਕੁਝ ਡਾਟਾ ਹੈਪਨ ਹੋਇਆ,
ਉਹ ਕਦੋਂ ਇਸ਼ੂ ਹੋਇਆ ਤਾਂ ਉਹ ਡੇਟ ਨਹੀਂ ਪਤਾ ਲੱਗ ਸਕਦੀ ਵੀ ਕਿੰਨੀ ਡੇਟ ਤੱਕ ਆਪਾਂ ਨੂੰ ਹੋਇਆ। ਦੂਜੀ ਜਿਹੜੀ ਗੱਲ ਹੈ ਕਿ ਤੁਸੀਂ ਅਕਾਊਂਟ ਲਿੰਕ ਕਰ ਸਕਦੇ ਹੋ ਜੀ ਆਪਦੀ ਐਪਲੀਕੇਸ਼ਨ ਦਾ, ਜਾਂ ਆਨਲਾਈਨ ਸਟੇਟਸ ਵੀ ਚੈੱਕ ਕਰਿਆ ਜਾ ਅੱਛਾ, ਉਹ ਲਿੰਕ ਕਿਸ ਤਰ੍ਹਾਂ ਕਰੀਦਾ? ਲਿੰਕ ਸਰ ਕੀ ਹੁੰਦਾ ਕਿ ਉਹ ਐਪਲੀਕੈਂਟ ਦੇ ਵੱਲੋਂ ਹੁੰਦਾ ਜੀ, MyCIC ਅਕਾਊਂਟ ਬਣਾ ਕੇ, ਜਾਂ ਜਿਹੜੇ ਵੀ ਆਪਣੇ ਸਪਾਂਸਰ ਹੈਗੇ ਜੀ ਉਹ ਆਪਣਾ ਐਪਲੀਕੇਸ਼ਨ ਸਟੇਟਸ ਚੈੱਕ ਕਰ ਸਕਦੇ ਆ। ਆਲ ਗੂਗਲ ਕਰੋ ਸਰ, ਸਾਰੇ ਲਿੰਕਸ ਅਵੇਲੇਬਲ ਨੇ। ਤੁਸੀਂ ਕਿਸੇ ਕਾਉਂਸਲ ਨਾਲ ਕੇਸ ਕਿੰਨਣ ਲਾਇਆ ਉਹਨਾਂ ਦੀ ਵੀ ਹੈਲਪ ਲੈ ਸਕਦੇ ਹੋ, ਨਹੀਂ ਪਤਾ ਲੱਗਦਾ ਤੁਸੀਂ ਇਮੀਗ੍ਰੇਸ਼ਨ ਦੀ ਵੀ ਹੈਲਪ ਲੈ ਸਕਦੇ ਹੋ। ਦੇयर ਆਰ ਸੈਵਰਲ ਰਿਸੋਰਸਸ ਅਵੇਲੇਬਲ। ਮਤਲਬ ਇਹ ਪਰੇਸ਼ਾਨੀ ਦਾ ਸਬਬ ਨਹੀਂ ਹੈ ਜੀ, ਦੇ ਆਰ ਐਵਰੀਬਡੀ, ਚਾਹੇ ਅਸੀਂ ਬਿਜ਼ਨਸ ਦੇ ਵਿੱਚ ਹੈਗੇ ਆ, ਚਾਹੇ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ICCRC ਮੈਂਬਰਸ ਹੋ ਗਏ, ਲਾਇਰਸ ਹੋ ਗਏ, ਨਾਰਮਲੀ ਵੀ ਇਨਕਲੂਡਿੰਗ ਮੈਂ ਇਮੀਗ੍ਰੇਸ਼ਨ ਨੂੰ ਵੀ ਨਾਲ ਇਨਕਲੂਡ ਕਰਦਾ, ਵੀ ਆਰ ਦੇਅਰ ਟੂ ਸਰਵ ਦ ਪੀਪਲ। ਠੀਕ ਹੈ ਜੀ, ਸਾਨੂੰ ਉਸ ਚੀਜ਼ ਦੇ ਜੋ ਵੀ ਅਸੀਂ ਆਪਦਾ ਕੋਟੇਸ਼ਨ ਦਿੰਨੇ ਆ ਉਹਦੇ 'ਚ ਸਰਵਿਸਿਜ਼ ਲਿਸਟਡ ਨੇ, ਰਿਟੇਨਰ ਐਗਰੀਮੈਂਟਸ ਸਭ ਕੁਝ ਐਕਸਪਲੇਨਡ ਹੈ ਕਿ ਵਟ ਟਾਈਪ ਆਫ ਸਰਵਿਸਿਜ਼ ਵੀ ਆਰ ਐਂਟਾਈਟਲਡ ਫੋਰ ਤੇ ਕੀ ਕੁਝ ਕਵਰੇਜ ਹੈ। ਲੇਕਿਨ ਬੀ ਕੇਅਰਫੁਲ, ਕਈ ਵਾਰ ਲਾਇਰਸ, ਕੰਸਲਟੈਂਟਸ ਸਭ ਜਿੰਨੀ ਤੁਸੀਂ ਕਮਿਊਨੀਕੇਸ਼ਨ ਕਰਦੇ ਹੋ ਜੀ ਉਸ ਹਿਸਾਬ ਨਾਲ ਉਹਨੂੰ ਪ੍ਰੋ ਰੇਟ ਚਾਰਜ ਕਰਦੇ ਆ। ਓਕੇ, ਸੋ ਯੂ ਸ਼ੁੱਡ ਬੀ ਕਲੀਅਰ। ਹਾਂਜੀ, ਵੀ ਉਹ ਕਈ ਵਾਰ ਇਦਾਂ ਹੋ ਜਾਂਦਾ ਕਿ ਵੀ ਬੰਦਾ ਕਰੀ ਗਿਆ ਤੇ ਐਂਡ ਤੇ ਜਦੋਂ ਬਿੱਲ ਬਣਦਾ ਉਦੋਂ ਪਤਾ ਲੱਗਦਾ ਕਿ ਵੀ ਆ ਕੀ ਹੋਇਆ। ਸੋ ਜੇ ਤੁਸੀਂ ਪਰ ਆਰ ਕੋਈ ਕਾਉਂਸਲ ਤੁਹਾਨੂੰ ਪਰ ਆਰ ਹੈ, ਪਰ ਕੁਐਰੀ ਹੈ, ਉਹਨਾਂ ਦੀ ਸਾਰੀ ਬਿਲਿੰਗ ਮੈਥਡ ਤੁਹਾਨੂੰ ਵੈਲ ਡਿਕਲੇਅਰਡ ਹੋਣੇ ਚਾਹੀਦੇ ਆ, ਪਹਿਲਾਂ ਤੁਹਾਨੂੰ ਪਤਾ ਹੋਵੇ। ਸੋ ਦੇयर ਸ਼ੁੱਡ ਨਾਟ ਬੀ ਐਨੀ ਸਰਪ੍ਰਾਈਜ਼ ਇਨ ਦੀ ਐਂਡ। ਹਾਂਜੀ, ਸੋ ਅੱਜ ਕਾਫੀ ਇੰਟਰਸਟਿੰਗ ਗੱਲਾਂ ਡਿਸਕਸ ਹੋ ਰਹੀਆਂ। ਹਾਂਜੀ, ਸੋ ਇੱਕ ਚੀਜ਼ ਦੱਸੋ ਵੀ ਕਈ ਵਾਰੀ ਹਾਲਾਤ ਚੇਂਜ ਹੁੰਦੇ ਆ ਤੇ ਕੈਂਡੀਡੇਟ ਚਾਹੁੰਦਾ ਵੀ ਆਪਣੀ ਫਾਈਲ ਵਿਡਰਾ ਕਰ ਲਈਏ, ਹਾਂਜੀ, ਫਿਰ ਉਹ 'ਚ ਰਿਫੰਡ ਪੂਰਾ ਮਿਲ ਜਾਂਦਾ ਹੈ, ਕੀ ਹੁੰਦਾ? ਸਰ ਅੱਜ ਜਿਹੜੇ ਤੁਹਾਡੇ ਸਵਾਲ ਨੇ ਜੀ ਉਹ ਬੜੇ ਲੇਅਰਸ ਨੂੰ ਓਵਰਲੈਪ ਕਰਦੇ ਨੇ, ਕਿਉਂਕਿ ਜਿਹੜੀ ਸਾਡੀ ਪ੍ਰੈਕਟਿਸ ਹੈ ਨਾ ਇਮੀਗ੍ਰੇਸ਼ਨ ਦੀ, ਇਹਦੇ 'ਚ ਟਾਈਮਲਾਈਨ ਸਭ ਤੋਂ ਵੱਡੀ ਫੈਕਟਰ ਹੈ। ਮੰਨ ਲਓ ਤੁਸੀਂ ਕਹਿੰਦੇ ਆ ਕਿ ਵੀ ਮੈਂ ਅੱਜ ਫਾਈਲ ਤੋਰੀ ਤੇ 7 ਦਿਨ ਬਾਅਦ ਹੀ देयर इज नॉट वर्किंग गुड, ਠੀਕ ਹੈ, ਤੁਸੀਂ ਉਹਨੂੰ ਵਿਡਰਾਲ ਪਾਇਆ ਤਾਂ ਸਾਡੇ ਪੈਸੇ ਮੁੜ ਆਉਣਗੇ। ਕੋਈ ਲੈਟਸ ਸੇ ਉਹ ਫਸਟ ਸਟੇਜ ਡਨ ਹੋ ਜਾਂਦੀ ਹੈ। ਅੱਛਾ, ਇਟ ਡਿਪੈਂਡਸ ਵੀ ਫਾਈਲ ਕਿਹੜੀ ਸਟੇਜ ਤੇ ਹੈ। ਸਟੇਜ, ਓਕੇ। ਵਿਡਰਾਅ ਤਾਂ ਜੀ ਮੈਂ ਤੁਹਾਨੂੰ ਉਹ ਵੀ ਕਵਰ ਕਰਦਾ। ਹੁਣ ਵਿਡਰਾਅ ਜਿਹੜੇ ਸਪਾਂਸਰ ਨੇ ਉਹਨਾਂ ਕੋਲ ਐਕਸਟ੍ਰੀਮ ਐਬਸੋਲੂਟ ਪਾਵਰ ਹੈ ਜੀ, ਅੰਟਿਲ ਅਨਲੈਸ ਅ ਪਰਸਨ who is sponsored ਉਹ ਲੈਂਡਿੰਗ ਕਰਦੇ ਆ ਆਪਦੀ ਕਨਫਰਮੇਸ਼ਨ ਨੂੰ PR ਨਹੀਂ ਜਨਰੇਟ ਹੋਈ। ਈਵਨ ਤੁਸੀਂ ਜਿੱਦਣ ਉਹ, ਮੈਂ ਬਥੇਰੇ ਕੇਸਿਸ ਤੁਹਾਨੂੰ ਕੋਟ ਕਰ ਸਕਦਾ, ਫਲਾਈਂਗ ਵਾਲੇ ਦਿਨ ਵੀ ਜਿੱਦਣ ਮੰਨ ਲਓ ਮਤਲਬ ਫਲਾਈ ਕਰਨਾ ਹੁੰਦਾ ਨਾ ਜੀ, ਉਦਣ ਵੀ ਸਪਾਂਸਰ ਨੇ ਕਹਿਤਾ ਮੈਨੂੰ ਨਹੀਂ ਚਾਹੀਦਾ। ਹਾਂਜੀ, ਦੇ ਐਜ਼ ਲੌਂਗ ਐਜ਼ ਉਹਨਾਂ ਦੇ ਸਿਸਟਮ ਤੱਕ ਉਹ ਗੱਲ ਪਹੁੰਚ ਗਈ, ਈਮੇਲ ਪਹੁੰਚ ਗਈ ਅਰਜੈਂਸੀ ਨਾਲ, ਸੋ ਦੇ ਆਰ ਨਾਟ ਅਲਾਊਡ ਟੂ ਲੈਂਡ। ਸੋ ਹਾਂਜੀ, ਸੋ ਇਹ ਡਿਪੈਂਡ ਕਰਦਾ ਕਿ ਵੀ ਹੁਣ ਉਸ ਸਟੇਜ ਤੇ ਤੁਹਾਡੀ ਫੀਸ ਵਾਪਸੀ ਦੀ ਆਪਾਂ ਉੱਥੇ ਫੀਸ ਵਾਪਸੀ ਆਪਾਂ ਕੋਸ਼ਿਸ਼, ਦੇਖੋ ਪੁੱਛੇ ਤਾਂ ਕੋਈ ਹਰਜ ਨਹੀਂ ਹੈ, ਵੱਧ ਤੋਂ ਵੱਧ ਕੀ ਹੈ ਕਿ ਮਨਾ ਕਰ ਦੇਣਗੇ, ਠੀਕ ਹੈ ਨਾ ਜੀ। ਲੇਕਿਨ ਹੁਣ ਤੁਸੀਂ ਕਹੋਗੇ ਵੀ ਐਜ਼ ਅ ਕਾਉਂਸਲ ਤੁਸੀਂ ਦੱਸੋ ਜੀ ਕਿੰਨੀ ਸਟੇਜ ਤੇ ਕਿੰਨੇ ਪੈਸੇ ਵਾਪਸ ਹੋ ਜਾਣਗੇ, ਬੜਾ ਔਖਾ ਕਮੈਂਟ ਕਰਨਾ ਸਰ। ਕਿਉਂਕਿ ਇਹ ਕਿਹਾ ਕਿ ਜਿਵੇਂ ਤੁਸੀਂ ਕਿਹਾ ਕਿ ਵੀ ਬਹੁਤ ਅਰਲੀ ਸਟੇजेस ਤੇ ਵਿਡਰਾ ਕਰਦੇ ਹੋ ਸਭ ਕੁਝ ਰਿਫੰਡ ਹੋ ਜਾਏਗਾ, ਦੈਟਸ ਫਾਈਨ। ਹਾਂਜੀ, ਲੇਕਿਨ ਜੇ ਉਹਦੀ ਸਟੇजेस ਸਟਾਰਟ ਹੋ ਗਈਆਂ, ਆਫੀਸਰ ਨੇ ਪੰਚਿੰਗ ਕਰਤੀ, ਫਾਈਲ ਨੰਬਰ ਜਨਰੇਟ ਹੋ ਗਿਆ ਜਾਂ ਕੁਝ ਹੋ ਗਿਆ, ਫਿਰ ਉਹ ਐਡਮਿਨਿਸਟ੍ਰੇਟਿਵ ਚਾਰजेस ਲੈਣਗੇ ਨਹੀਂ ਲੈਣਗੇ ਤਾਂ ਆਪਾਂ ਨੂੰ ਦੱਸ ਦੇਣਗੇ, ਨਹੀਂ ਤਾਂ ਆਪਣੇ ਕਾਰਡ 'ਚ ਪੈਸੇ ਆ ਜਾਣਗੇ ਜਿੱਥੋਂ ਪੇ ਕੀਤੇ। ਹਾਂਜੀ, ਲੇਕਿਨ ਇਹਨੂੰ ਡਿਕਲੇਅਰ ਕਰਨਾ ਬੜਾ ਹਾਰਡ ਹੈ ਜੀ, ਸਟੇਜਾਂ ਬਹੁਤ ਇਨਵੋਲਵ ਨੇ, ਕਿਹੜੀ ਸਟੇਜ ਤੇ ਆਪਾਂ ਐਕਸ਼ਨ ਲੈਣੇ ਆ ਉਸ ਹਿਸਾਬ ਨਾਲ ਉਹਦੇ ਰਿਜ਼ਲਟਸ ਨੇ ਜੀ। ਹਾਂਜੀ, ਸੋ ਇਹ ਇੰਨਾ ਸੌਖਾ ਨਹੀਂ ਕੰਮ। ਨਹੀਂ ਸਰ, ਮੈਂ ਹੋ ਸਕਦਾ ਲੇਮਨ ਲੈਂਗੁਏਜ 'ਚ ਆਪਾਂ ਕਹਿ ਦਈਏ ਵੀ ਸੌਖਾ ਕੰਮ ਨਹੀਂ, ਬਟ ਹੁਣ ਅਸੀਂ 6-7 ਸਾਲ ਤੋਂ ਜਦੋਂ ਕਰ ਰਹੇ ਹਾਂ ਤਾਂ ਸਾਨੂੰ ਥੋੜਾ ਜਿਹਾ ਆਸਾਨ ਲੱਗਦਾ, ਸ਼ਾਇਦ ਮੇਰੇ ਕਹਿਣ ਤੋਂ ਵੀ ਲੱਗ ਰਿਹਾ ਹੋਣਾ ਆਸਾਨ ਹੈ, ਲੇਕਿਨ ਓਬਵੀਅਸਲੀ ਮਿਸਕਨਸੈਪਸ਼ਨਸ ਆਰ ਆਲਵੇਜ਼ देयर। ਹੁਣ ਮੰਨ ਲਓ ਆਪਾਂ ਲੇਮਨ ਗੱਲ ਕਰਦੇ ਹਾਂ ਜੀ, ਮੈਂ ਤੁਹਾਡਾ ਮਤਲਬ ਕਾਉਂਸਲ ਨਹੀਂ ਹੈਗਾ, ਆਪਾਂ ਆਮ ਭਾਈਚਾਰਕ ਗੱਲ ਕਰਦੇ ਹਾਂ, ਤੁਸੀਂ ਮੇਰੇ ਤੋਂ ਸਲਾਹ ਪੁੱਛੋ ਨਾਰਮਲੀ, ਮੈਂ ਕਹੂੰਗਾ ਯਾਰ ਭਾਜੀ ਆਪਣਾ ਕੰਮ ਹੋ ਗਿਆ, ਛੱਡੋ ਪਰ ਪੈਸੇ ਪੂਸੇ ਨੂੰ ਵੀ ਠੀਕ ਹੈ। ਤੁਸੀਂ ਸਮਝੇ, ਇਹ ਨਾਰਮਲ ਅਪਰੋਚ ਹੈ, ਨਾਰਮਲ ਅਪਰੋਚ। ਹੁਣ ਐਜ਼ ਅ ਕਾਉਂਸਲ ਜੇ ਕਿਸੇ ਕੋਲ ਕੇਸ ਹੈਗਾ, ਹੁਣ ਮੇਰੇ ਕਈ ਹੁਣ ਕੇਸ ਸੀਗੇ ਜੀ, ਉਹ ਹੁਣ ਉਹਨਾਂ ਨੂੰ ਦੋਨੋਂ ਪਾਸੋਂ PR ਇਨਵੀਟੇਸ਼ਨ ਸੀਗੇ, ਤੇ ਈਵਨ ਐਪਲੀਕੈਂਟ ਨੇ ਮੈਨੂੰ ਕਿਹਾ ਵੀ ਨਹੀਂ ਕਿ ਵੀ ਮੇਰੀ ਦੂਜੀ ਐਪਲੀਕੇਸ਼ਨ ਦੀ ਫੀਸ ਵਾਪਸ ਆ ਸਕਦੀ, ਇੱਕ ਪਾਸੋਂ PR ਹੋ ਗਈ, ਦੂਜੀ ਹਜੇ ਲੈਂਡਿੰਗ ਕਰਨੀ। ਸਮਟਾਈਮਸ ਇਦਾਂ ਵੀ ਹੋ ਜਾਂਦਾ, ਤੇ ਕਿਉਂਕਿ ਅਸੀਂ ਦੋਨੋਂ ਪ੍ਰੋਗਰਾਮ 'ਚ ਕੁਆਲੀਫਾਈ ਕਰਦੇ ਸੀ ਤਾਂ ਵੀ ਵੈਂਟ ਫॉर 2 ਪ੍ਰੋਗਰਾਮਸ। ਇਹ ਵੀ ਆਪਾਂ ਕਵਰ ਕਰਾਂਗੇ ਅਗਲੇ ਪ੍ਰੋਗਰਾਮ, ਇਕਨੋਮਿਕ ਇਮੀਗ੍ਰੇਸ਼ਨ। ਅੱਛਾ, ਠੀਕ ਹੈ। ਲੇਕਿਨ ਐਪਲੀਕੈਂਟ ਲੈਂਡ ਹੋ ਗਈ, ਸਾਰਾ ਕੁਝ ਹੋ ਗਿਆ, ਸ਼ੀ ਕੇਮ ਐਂਡ ਵੈਰੀ ਥੈਂਕਫੁਲ ਟੂ ਮੀ, ਮਾਈ ਟੀਮ। ਤੇ ਲੇਕਿਨ ਮੈਂ ਉਹਨਾਂ ਨੂੰ ਕਿਹਾ ਕਿ ਆਪਾਂ ਇੱਕ ਕੋਸ਼ਿਸ਼ ਕਰ ਲੈਂਦੇ ਹਾਂ, ਹਾਲਾਂਕਿ ਪਤਾ ਮੈਨੂੰ ਵੀ ਨਹੀਂ ਕਿ ਉਹਦੇ 'ਚ ਕਿੰਨਾ ਰਿਫੰਡ ਹੋਊਗਾ ਓਨੈਸਟਲੀ, ਠੀਕ ਹੈ ਨਹੀਂ, ਲੇਕਿਨ ਇਟਸ ਵਰਥ ਟਰਾਈਂਗ। ਕੁਝ ਵੀ ਆਇਆ ਤਾਂ ਉਹ ਕਲਾਇੰਟ ਲਈ
ਹੈਲਪਫੁਲ ਹੀ ਹੈ। ਸੋ ਉਹਨਾਂ ਦੀ ਦੇਖੋ ਯੰਗ ਬੱਚੇ ਆ, ਉਹਨਾਂ ਨੇ ਹੁਣ ਸੈਟਲ ਹੋਣਾ, ਮਨੀ ਹਰ ਸਟੈਪ ਤੇ ਚਾਹੀਦੀ ਹੈ। ਸੋ ਐਜ਼ ਏ ਕਾਉਂਸਲ ਸਾਡਾ ਉਹ ਧਰਮ ਵੀ ਬਣਦਾ ਤੇ ਸਾਡੇ ਪ੍ਰੋਫੈਸ਼ਨਲ ਲਾਇਬਿਲਿਟੀ ਵੀ ਬਣਦੀ ਹੈ ਕਿ ਵੀ ਅਸੀਂ ਆਪਦੇ ਬੈਸਟ ਇੰਟਰਸਟ ਆਫ ਕਲਾਇੰਟ ਗੱਲ ਕਰੀਏ। ਸੋ ਅਸੀਂ ਉਹ ਕੋਸ਼ਿਸ਼ ਕਰਾਂਗੇ ਜੀ, ਜੇ ਉਹਨਾਂ ਨੂੰ ਵਾਪਸ ਆ ਸਕੇ ਤਾਂ ਜ਼ਰੂਰ ਕਰੇ। ਮੈਂ ਸ਼ੇਅਰ ਵੀ ਕਰੂੰਗਾ ਜੇ ਵਾਪਸ ਹੋਏ ਤਾਂ। ਹਾਂਜੀ। ਸੋ ਅੱਜ ਅਸੀਂ ਕਾਫੀ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਸਪਾਊਸਲ ਇਮੀਗ੍ਰੇਸ਼ਨ ਜੋ ਡਿਸਕਸ ਕੀਤੀਆਂ, ਤੇ ਮੈਂ ਵਿਸ਼ਵ ਜੀ ਨੂੰ ਕਹਾਂਗਾ ਜਿਹੜੇ ਉਹਨਾਂ ਲੋਕਾਂ ਦੇ ਕੁਝ ਦਰਸ਼ਕਾਂ ਦੇ ਫੋਨ ਆਏ ਆ ਉਹਨਾਂ ਬਾਰੇ ਵੀ ਕਲੈਰੀਫਿਕੇਸ਼ਨ ਦੇ ਦੇਣ। ਤੇ ਵਿਸ਼ਵ ਜੀ ਜਿਹੜੇ ਫੋਨ ਆਏ, ਦੋ ਚਾਰ ਮੈਂ ਕੁਐਸਚਨਸ ਨੂੰ ਕਵਰ ਕਰਨਾ ਚਾਹੂੰਗਾ ਜੀ। ਇੱਕ ਤਾਂ ਸਾਡੇ YouTube ਹੈਂਡਲ ਤੋਂ ਕੁਐਸਚਨ ਸੀਗਾ ਹਰਪ੍ਰੀਤ ਸਿੰਘ ਜੀ ਦਾ, ਉਹ ਪੁੱਛਣਾ ਚਾਹੁੰਦੇ ਸੀ, ਸਪਾਊਸਲ ਦੇ ਉੱਪਰ ਨਹੀਂ ਸੀਗਾ ਬਟ ਉਹਨਾਂ ਨੇ ਸਟੂਡੈਂਟ ਵੀਜ਼ਾ ਦੇ ਰਿਗਾਰਡਿੰਗ, ਬਟ ਆਈ ਐਮ ਸਟਿਲ ਕੰਸੀਡਰਿੰਗ, ਕਿ ਉਹਨਾਂ ਨੇ ਪੁੱਛਿਆ ਸੀ ਕਿ ਵੀ ਜੇ ਕਿਸੇ ਕੋਲ 12ਵੀਂ ਦੇ ਵਿੱਚ ਮੈਥ ਨਹੀਂ ਹੈਗਾ ਇੰਡੀਆ ਦੇ ਵਿੱਚ, ਤੇ ਉਹ ਮੈਡੀਕਲ ਚਾਹੇ ਡਾਕਟਰੀ ਲਾ ਲਈਏ ਚਾਹੇ ਮੈਡੀਕਲ ਦੀ ਕੋਈ ਵੀ ਲਾਈਨ ਲਾ ਲਈਏ, ਵੀ ਉਹਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਤਾਂ ਉਹ ਕੀ ਕਰ ਸਕਦੇ। ਇਹ ਬੜਾ ਹਾਰਡ ਟਰੂਥ ਹੈ ਜੀ, ਜੋ ਕਿ ਬਹੁਤ ਲੇਟ ਰਿਅਲਾਈਜ਼ ਹੁੰਦਾ, ਕਿਉਂਕਿ ਆਪਣੇ ਉੱਥੇ ਸਟਰੀਮਾਂ ਬਣੀਆਂ ਨੇ, ਮੈਡੀਕਲ ਲੈ ਲਿਆ, ਨਾਨ ਮੈਡੀਕਲ ਲੈ ਲਿਆ, ਕਮਰਸ ਲੈ ਲਈ ਤੇ ਆਰਟਸ ਲੈ ਲਈ, ਜੋ ਨਾਰਮਲੀ 12ਵੀਂ ਤੋਂ ਬਾਅਦ ਬੱਚਾ ਕਰਦਾ। ਹੁਣ ਆਪਣੇ ਮੈਡੀਕਲ ਦਾ ਮਤਲਬ ਇਹ ਕਿ ਮੁੰਡਾ ਕੁੜੀ ਡਾਕਟਰ ਬਣੂਗਾ, ਡੈਂਟਿਸਟ ਬਣੂਗਾ, ਨਰਸਿੰਗ 'ਚ ਜਾਣਗੇ, ਫਿਜ਼ੀਓਥੈਰੇਪੀ ਜਾਣਗੇ, ਠੀਕ ਹੈ, ਹੋਰ ਪੈਰਾ ਅਲਾਈਡ ਜਿਹੜੀ ਹੈਲਥ ਸਰਵਿਸਿਜ਼ ਨੇ ਉਹਨਾਂ ਦੇ ਵਿੱਚ ਜਾਣਗੇ। 12ਵੀਂ ਮੈਡੀਕਲ ਦਾ ਇਹ ਮਤਲਬ। ਇੱਥੇ ਉਲਟ ਹੈ ਸਿਸਟਮ, ਤੁਹਾਡੇ ਕੋਲ 12ਵੀਂ 'ਚ ਮੈਥ ਨਹੀਂ ਹੈਗਾ। ਹੁਣ ਨਾਰਮਲੀ ਜਿਹੜੇ ਮੈਡੀਕਲ ਸਟੂਡੈਂਟ ਜਾਂਦੇ ਉਹਨਾਂ ਦਾ ਮੈਥ ਇੰਨਾ ਸਟਰੋਂਗ ਨਹੀਂ ਹੁੰਦਾ, ਤਾਂ ਕਰਕੇ ਕਹਿੰਦੇ ਵੀ ਨਹੀਂ ਮੈਡੀਕਲ ਲੈ ਲੈਣਾ ਵੀ ਦੈਟਸ ਓਕੇ, ਪਰ ਉਹ ਬੜਾ ਹਾਰਡ ਹੈ ਜੀ। ਹੁਣ ਉਹਦੇ 'ਚ ਵੀ ਸੈਵਰਲ ਕਨਸੈਪਟਸ ਨੇ, ਮੈਂ ਹਰਪ੍ਰੀਤ ਜੀ ਨੂੰ ਫਿਰ ਵੀ ਆਨਸਰ ਕਰਨਾ ਚਾਹੂੰਗਾ ਇਹਦੇ ਉੱਤੇ। ਪਹਿਲੀ ਗੱਲ, ਜੇ ਮੈਡੀਕਲ ਦੀ ਕੋਈ ਵੀ ਤੁਹਾਡਾ ਟਾਰਗੇਟ ਹੈ ਤੇ ਤੁਸੀਂ ਕੈਨੇਡਾ ਦੇ ਵਿੱਚ ਸਟੱਡੀ ਕਰਵਾਉਣਾ ਚਾਹੁੰਦੇ ਹੋ, ਜਿਵੇਂ ਕਿ ਆਪਣੇ ਹੁੰਦਾ ਸੀ ਨਾ ਜੀ 10ਵੀਂ ਤੋਂ ਬਾਅਦ ਆਪਾਂ PMT ਦੀ ਤਿਆਰੀ ਕਰਨ ਲੱਗ ਜਾਂਦੇ ਸੀ, IIT ਦੀ ਤਿਆਰੀ ਕਰਨ ਲੱਗ ਕੋਈ। ਸੋ ਇਹੀ 10ਵੀਂ ਤੋਂ ਬਾਅਦ ਪਲੈਨਿੰਗ ਕਰਨੀ ਬੜੀ ਜ਼ਰੂਰੀ ਹੈ। ਸੋ 11ਵੀਂ 12ਵੀਂ ਦੇ ਵਿੱਚ ਤੁਹਾਡੇ ਕੋਲ ਜੇ ਤੁਸੀਂ ਮੈਡੀਕਲ ਬੱਚੇ ਨੂੰ ਪੜ੍ਹਾਉਣਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ, ਤਾਂ +2 ਮੈਥ ਜ਼ਰੂਰ ਕਰਾਓ, ਲੇਕਿਨ ਬੱਚੇ ਨਾਲ ਕਾਉਂਸਲ ਕਰੋ, ਬੱਚੇ ਨੂੰ ਪੁੱਛੋ ਕੀ ਉਹ ਮੈਥ ਹੈਂਡਲ ਕਰ ਪਾਊਗਾ। ਮੈਂ ਬੜੇ ਕੇਸ ਦੇਖਿਆ ਜੀ, ਜਿਹੜੇ ਮਾਤਾ ਪਿਤਾ ਸੋਚਦੇ, ਹਰ ਮਾਤਾ ਪਿਤਾ ਸੋਚਦਾ ਕਿ ਸਾਡੇ ਬੱਚੇ ਦਾ ਫਿਊਚਰ ਬ੍ਰਾਈਟ ਹੋ ਜਾਏ, ਅਸੀਂ ਬੈਟਰ ਆਪਸ਼ਨਸ ਪਿਕ ਕਰ ਲਈਏ, ਲੇਕਿਨ ਉਹਦੇ ਵਿੱਚ ਕੀ ਹੈ ਕਿ ਉਹ ਮੈਥ ਨਾਲ ਰਖਾ ਦਿੰਦੇ ਤੇ ਬੱਚਾ 33 40 42 45 ਇੰਨੇ 50 ਨੰਬਰ ਹੀ ਸਕੋਰ ਕਰ ਪਾਉਂਦਾ 100 ਦੇ ਵਿੱਚੋਂ, ਫਿਰ ਉਹ ਬਹੁਤ ਵੱਡਾ ਚੈਲੰਜ ਬਣ ਜਾਂਦਾ। ਮੇਰੇ ਕੋਲ ਇੱਕ ਬਹੁਤ ਹੀ ਸਬਲਾਈਮ ਕੇਸ ਹੈਗਾ ਜੀ, ਜਿਹਦੇ 90 ਤੋਂ ਉੱਤੇ ਨੰਬਰ ਮੈਡੀਕਲ ਦੇ ਵਿੱਚ ਸਾਰਿਆਂ ਦੇ ਵਿੱਚ, ਬਟ ਮੈਥ ਦੇ ਵਿੱਚ ਕੋਈ ਬੱਚੇ ਦਾ ਇੰਟਰਸਟ ਨਹੀਂ ਹੋਣਾ ਤੇ ਉਹਦੇ 42 43 ਨੰਬਰ ਹੈ। ਤੇ ਇਮੀਗ੍ਰੇਸ਼ਨ ਨੇ ਉਹਦਾ 3 ਵਾਰ ਵੀਜ਼ਾ ਸਟੱਡੀ ਪਰਮਿਟ ਇਸ ਗੱਲ ਤੇ ਰਿਫਿਊਜ਼ ਕਰਤਾ ਕਿ ਵੀ ਮੈਥ ਦੇ ਮਾਰਕਸ ਲੋ ਨੇ, ਹਾਲਾਂਕਿ ਕੋਰਸ ਮੈਡੀਕਲ ਤੋਂ ਬਿਨਾਂ ਵਾਲਾ ਲੈ ਰਹੇ ਸੀਗੇ ਉਹ। ਅੱਛਾ, ਹਾਂਜੀ, ਲੇਕਿਨ ਉਹ ਮੈਥ ਨੂੰ ਦੇਖਦੇ ਨਾ ਜੀ ਵੀ ਤੁਹਾਡਾ ਮੈਥ ਕਮਜ਼ੋਰ ਹੈ। ਤੇ ਮੈਥ ਇੱਥੇ ਤੇ ਮੈਥ ਕੋਈ ਕਰਦਾ ਹੀ ਨਹੀਂ, ਸਾਰੇ ਕੈਲਕੂਲੇਟਰ ਤੇ ਕੰਪਿਊਟਰ ਤੇ ਕੰਮ ਕਰਦੇ ਆ। ਦੇਖੋ ਇਹ ਬੜੀ ਜਜਮੈਂਟਲ ਗੱਲ ਹੈ ਡਾਕਟਰ ਸਾਹਿਬ, ਆਪਾਂ ਜੋ ਮੈਥ ਉੱਥੇ ਤੇ ਫਿਰ ਵੀ ਲੋਕੀ ਮੈਥ ਬੂਝਮਾ ਨਹੀਂ ਕਰਦੇ ਆ। ਕਿਤਾਬਾਂ ਤੇ ਜ਼ਿੰਦਗੀ ਦਾ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ। ਸੋ ਹਰਪ੍ਰੀਤ ਜੀ, ਜੇ ਤੁਸੀਂ ਮੈਡੀਕਲ ਰਿਲੇਟਡ ਕੋਈ ਵੀ ਕੋਰਸ ਬੱਚੇ ਨੂੰ ਕਰਾਉਣਾ ਚਾਹੁੰਦੇ ਹੋ ਤਾਂ ਮੈਥ ਜ਼ਰੂਰੀ ਹੈ। ਲੈਟਸ ਸੇ ਮੈਥ ਨਹੀਂ ਹੈਗਾ, ਪਰ ਫਿਰ ਵੀ ਬੱਚਾ ਕਹਿੰਦਾ ਨਹੀਂ ਵੀ ਮੇਰਾ ਜਿਹੜਾ ਕਰੀਅਰ ਪੈਸ਼ਨ ਹੈ ਜਾਂ ਗੋਲ ਹੈ ਉਹ ਮੈਂ ਮੈਡੀਕਲ ਦੀ ਫੀਲਡ ਦੇ ਵਿੱਚ ਹੀ ਜਾਣਾ, ਤਾਂ ਪ੍ਰੀ ਹੈਲਥ ਸਾਇੰਸਿਸ ਕਰਕੇ ਸਰ ਕੋਰਸ ਹੈਗਾ ਜੀ ਅਵੇਲੇਬਲ। 1 ਸਾਲ ਤੁਹਾਡੀ ਫੀਸ ਲੱਗਣੀ ਆ, ਤੁਹਾਡਾ ਬੱਚੇ ਦਾ ਟਾਈਮ ਲੱਗਣਾ, ਫਿਰ 2 ਸਾਲ ਜਾਂ 3 ਸਾਲ 4 ਸਾਲ ਅੱਗੇ ਉਹਨੇ ਸਟੱਡੀ ਕਰਨੀ ਹੈ। ਇਟ ਗਿਵਸ them the bridge ਜਿਹਨੂੰ ਉਹ ਯੂਜ਼ ਕਰਕੇ ਮੈਡੀਕਲ ਦੀ ਸਟੱਡੀ 'ਚ ਐਂਟਰ ਕਰ ਸਕਦੇ। ਸੋ ਦੇयर ਆਰ ਸੈਵਰਲ ਕਾਲਜਸ ਅਵੇਲੇਬਲ ਜਿਹਦੇ 'ਚ ਤੁਸੀਂ ਪ੍ਰੀ ਹੈਲਥ ਸਾਇੰਸਿਸ ਬੱਚੇ ਨੂੰ ਕਰਵਾ ਸਕਦੇ ਹੋ। ਆਈ ਹੋਪ ਵੀ ਹਰਪ੍ਰੀਤ ਜੀ ਨੂੰ ਮੈਂ ਆਨਸਰ ਦਿੱਤਾ। ਸਟਿਲ ਜੇ ਉਹ ਹੋਰ ਕੇਸ ਸਪੈਸੀਫਿਕ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਮੈਸੇਜ ਭੇਜ ਸਕਦੇ ਹੋ। ਦੂਜੇ ਜਿਹੜੇ 2-3 ਸਵਾਲ ਫਿਰ ਮੈਂ ਸਪਾਊਸਲ ਦੇ ਉੱਤੇ ਜਿਹੜੇ ਸੀਗੇ ਜੀ, ਉਹ ਨਾਰਮਲੀ ਸਪਾਊਸਲ ਦਾ ਜਦੋਂ ਵੀ ਕੁਐਸਚਨ ਆਉਂਦਾ ਨਾ ਜੀ, ਉਹ ਮੰਨ ਲਓ ਕਿਸੇ ਨੇ PR ਜਿਹੜੀ ਉਹ ਵਿਆਹ ਕਰਕੇ ਹੀ ਲਈ ਸੀ, ਮੰਨ ਲਓ ਕੋਈ A ਐਪਲੀਕੈਂਟ ਸੀਗਾ ਜੀ, ਉਹਨੇ B ਨੂੰ PR ਦਵਾਈ ਸੀਗੀ, ਤੇ ਜਿਹੜੇ B ਹੈ ਉਹ ਹੁਣ ਡਿਵੋਰਸ ਹੋ ਗਿਆ ਮੰਨ ਲਓ 2 ਸਾਲ ਬਾਅਦ ਜਾਂ देयर आर ਸੈਵਰਲ। ਹੁਣ B ਜਿਹੜਾ ਸਪਾਂਸਰਡ ਹੋ ਕੇ ਆਇਆ ਸੀਗਾ, ਉਹ ਕਿੰਨੀ ਦੇਰ ਬਾਅਦ ਵਿਆਹ ਕਰਕੇ ਕਿਸੇ ਨੂੰ ਸਪਾਂਸਰ ਕਰ ਸਕਦਾ? ਅੱਛਾ, ਓਕੇ, ਹਾਂ, ਇਹ ਸਵਾਲ ਸੀਗਾ ਜੀ। ਉਹਦੇ ਵਿੱਚ ਆਨਸਰ ਇਹੀ ਹੈ ਜੀ ਕਿ ਜਿਹੜਾ B ਹੈ, ਉਹ ਕੋਈ ਵੀ ਐਪਲੀਕੈਂਟ ਹੈ, ਉਹ ਵਿਆਹ ਜਦੋਂ ਮਰਜ਼ੀ ਕਰ ਸਕਦੇ ਆ, ਵਿਆਹ ਤੇ ਕੋਈ ਰੋਕ ਟੋਕ ਨਹੀਂ ਹੈ। ਜੇ ਡਿਵੋਰਸ ਹੋ ਗਿਆ ਤਾਂ ਤੁਸੀਂ ਵਿਆਹ ਕਰ ਸਕਦੇ, ਲੇਕਿਨ ਜੇ ਤੁਸੀਂ ਸਪਾਂਸਰ ਕਰਨ ਜਾਣਾ ਤਾਂ ਉਹਨਾਂ ਨੂੰ 5 ਸਾਲ ਲਈ ਰੁਕਣਾ ਪੈਣਾ, ਉਹ ਤੋਂ ਪਹਿਲਾਂ ਸਪਾਂਸਰ ਨਹੀਂ ਕਰ ਸਕਦਾ। ਸੋ ਇਹਦਾ ਪ੍ਰੈਫਰੇਬਲ ਇਹ ਹੈ ਵੀ ਜਿਹੜੇ ਵਿਆਹ ਕਰਾਉਣਾ ਤੇ ਇੱਥੇ ਕੈਨੇਡਾ 'ਚ ਕਰਾਵੇ, ਬਾਹਰੋਂ ਨਾ ਕਰਾਵੇ। ਮੈਂ ਕਹਿ ਨਹੀਂ ਸਕਦਾ ਸਰ, ਤੁਸੀਂ ਕਿਉਂਕਿ ਦੈਟਸ ਪ੍ਰੈਫਰੇਬਲੀ ਮੈਂ ਕਹਿਣਾ, ਹਾਂਜੀ ਪ੍ਰੈਫਰੇਬਲੀ ਤੁਸੀਂ ਕਹਿਣਾ ਚਾਹੁੰਦੇ ਹੋ, ਲੇਕਿਨ ਦਿਸ ਇਜ਼ ਨਾਟ ਦ ਵੇ ਵੀ ਸ਼ੁੱਡ ਬੀ ਸੇਇੰਗ। ਤੇ ਲੇਕਿਨ
that's a easy increase your probability ਤੁਹਾਡੀ ਲਾਈਫ at least they can stay together. ਹਾਂਜੀ ਲੇਕਿਨ ਤੁਹਾਨੂੰ ਵੀ ਪਤਾ ਨਾਰਮਲੀ ਇਟਸ ਕ੍ਰਿਟੀਕਲ ਡਿਸੀਜਨਸ ਆਲਰੇਡੀ ਔਰ ਟਰਾਮਾ ਦੇ ਵਿੱਚ ਹੁੰਦੇ ਆ ਜਦੋਂ ਇਦਾਂ ਦੀਆਂ ਚੀਜ਼ਾਂ ਹੈਪਨ ਹੁੰਦੀਆਂ ਲਾਈਫ ਇਟਸ ਨਾਟ ਦੈਟ ਈਜ਼ੀ ਤੇ ਇਟਸ ਟਫ ਟੂ ਡਿਸਾਈਡ ਨਹੀਂ ਪਰ ਉਹਨਾਂ ਨੇ ਤੇ ਵਿਚਾਰਿਆਂ ਨੇ ਪੀਆਰ ਹੀ ਇਸ ਕਰਕੇ ਵਿਆਹ ਇਸ ਕਰਕੇ ਕੀਤਾ ਸੀ ਪਹਿਲਾਂ ਪੀਆਰ ਲੈਣ ਲਈ ਤੁਸੀਂ ਨਵਾਂ ਮਸਲਾ ਦੈਟਸ ਵੀ ਵਿਲ ਕਵਰ ਵੇਅਰ ਦਾ ਇਮੀਗ੍ਰੇਸ਼ਨ ਫਰਾਡ ਹੈ ਸੋ ਇਮੀਗ੍ਰੇਸ਼ਨ ਫਰਾਡ ਦੇ ਆਈ ਥਿੰਕ ਆਪਾਂ ਅਗਲੇ ਸ਼ੋਅ ਤੇ ਇਮੀਗ੍ਰੇਸ਼ਨ ਫਰਾਡ ਬਾਰੇ ਹੀ ਕਰੀਏ ਹਾਂਜੀ ਦੈਟਸ ਫਾਈਨ ਇਮੀਗ੍ਰੇਸ਼ਨ ਫਰਾਡ ਹਾਂਜੀ ਇਨ ਸਪਾਊਸਲ ਮੈਰਿਜ ਐਟ ਲੀਸਟ ਜਿਹੜਾ ਆਪਣਾ ਨਾ ਅੱਜ ਕੱਲ ਜਿਹੜਾ ਕੇਸ ਬੜਾ ਪ੍ਰਚਲਿਤ ਹੋਇਆ ਉਹ ਆਪਾਂ ਉਹਨੂੰ ਡਿਸਕਸ ਕਰ ਲਾਂਗੇ ਨਾਲੇ ਸੋਚ ਕੇ ਹੈ ਆਈ ਥਿੰਕ ਵੀ ਵਿਲ ਡਿਸਕਸ ਇਨ ਨੈਕਸਟ ਵੀਕ ਓਨਲੀ ਫॉर श्योर ਇਮੀਗ੍ਰੇਸ਼ਨ ਫਰਾਡ ਰਿਲੇਟਡ ਟੂ ਸਪਾਊਸਲ we will cover the next episode ਹਾਂਜੀ ਸੋ ਮੇਰਾ ਖਿਆਲ ਹੈ ਅਬ ਕਾਫੀ ਕੁਝ ਡਿਸਕਸ ਕਰ ਲਿਆ ਹਾਂਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੇ ਹਫਤੇ ਫਿਰ ਮਿਲਾਂਗੇ ਆਪਾਂ ਬਿਲਕੁਲ ਸੋ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਹਾਂਜੀ ਸੋ ਅੱਜ ਤੁਸੀਂ ਸਾਡੇ ਨਾਲ ਜੁੜੇ ਵਿਸ਼ੂ ਮਹਿਤਾ ਜੀ ਸਟੂਡੀਓ ਵਿੱਚ ਆਏ ਅਸੀਂ ਬਹੁਤ ਹੀ ਮਸਲੇ ਜਿਹੜੇ ਆ ਚੰਗੀ ਤਰ੍ਹਾਂ ਡਿਸਕਸ ਕੀਤੇ ਸੋ ਸਾਨੂੰ ਬਹੁਤ ਆਸ ਹੈ ਕਿ ਤੁਸੀਂ ਹਰ ਸਾਡਾ ਸੀਪੀਸੀ ਚੈਨਲ ਨੂੰ ਹੋਰ ਸਪੋਰਟ ਕਰੋਗੇ ਸੋ ਅਸੀਂ ਤੁਹਾਡੀ ਉਮੀਦ ਤੇ ਪੂਰੇ ਉਤਰਾਂਗੇ ਅਗਲੇ ਹਫਤੇ ਫਿਰ ਆਪਾਂ ਇਸ ਮਸਲੇ ਉੱਤੇ ਡਿਸਕਸ਼ਨ ਕਰਾਂਗੇ ਸੋ ਮੈਂ ਆਪ ਦਾ ਬਹੁਤ ਬਹੁਤ ਧੰਨਵਾਦੀ ਹਾਂ